दोहरा पयो खालसा बिदत जग, एक एक कै समुदाय। हित आखिर बन जाए से, लियाए मृगन को काए। वाहिगुरु जी का खालसा, वाहिगुरु जी की फतेह। जोगो जोग अटल सतगुरु श्री गुरु ग्रंथ साहिब जी दे पावन पवित्र चरण कमलों एकत्र होए गुरु स्वरूप गुरु खालसा साध संगत जीओ, धनता दे पात्र हो। निता प्रति गुरु चरना च जुड़ के सतगुरां दी पावन पवित्र कल्याणकारी कथा बहुत ही अदब सत्कार ते शरधा सहित आप जी सरवण कर रहे। कलगीधर पंथ दे वाली चट्टियां बाजां वाले सतगुरां ने खालसे पंथ की साजना की है। महान तेजस्वी पंथ तीसर पंथ साज के आप उहदे विच सतगुरु जी वरते हैं। दयानिध स्वामी कलगीधर जी ने खालसे पंथ की साजना करन तो उपरंत मसंद प्रथा नूं समाप्त कीता है। जिहड़े खोटे मसंद सन उन्हां खोटे बिरती वाले मसंदां नूं सोधा लाया। कलगीधर पातशाह मसंदा तो संगत नूं सुतंत्र कीता है और आउण वाले समय विच संगत नूं हुक्म कीता है कि जो गुरु घर दी कार है, दसवंध दी माया है, वो तुसीं सीधे तौर ते गुरु के खजानिਆਂ विच अर्पण करनी है। जिन्हां मसंदां दा रोजगार खत्म हो गया, सत्कारयोग माता गुजरी जी दे कोल जाके अपनी पीड़ा दसदे ने। कलगीधर जी दा तेज ते प्रताप इतना है कि कोई भी मसंद कलगीधर पातशाह जी दे सामने जाण तो भयभीत हुंदा है। सुभावक है, अपने कीते पापां दा डर है कि साडे जिहड़े पाप ने वो किते जग जार ना हो जाण, और नाले डर भी है, भयभीत भी है, गुनहगार भी ने। ये कथा आप जी ने पिछले प्रसंगां दे विच सरवण कीती है। बेअंत फौजां महाराज जी दे कोल आके अमरधारी हो के कलगीधर पातशाह जी दे पासों खंडे दी पौल छक के तैयार बर तैयार हो रहे ने। मन बिरतियां एकागर करके सहबे कमाल सतगुरु कलगीधर जी का पावन पवित्र इतिहास सरवण करिए। एकाग्रता बनाउण वास्ते आखिए जी सतनाम श्री वाहिगुरु साहिब जी। सतनाम श्री वाहिगुरु साहिब जी। दोहरा पयो खालसा बिदत जग, एक एक कै समुदाय। सतगुरु कलगीधर पातशाह जी महाराज जी का खालसा पंथ सारे जगत दे विच प्रगट होया है। तीसरा पंथ सारे संसार दे विच प्रगट होया है और एक एक करके सारियां दा समुदाय गुरु का पंथ वध रहा है। हित आखिर बन जाए से,
ਲਿਆਏ ਮ੍ਰਿਗਨ ਕੋ ਕਾਏ। ਸਤਿਗੁਰੂ ਜੀ ਦੇ ਸੂਰਮੇ, ਮਹਾਰਾਜ ਜੀ ਦੇ ਯੋਧੇ, ਜਿਹੜੇ ਕਲਗੀਧਰ ਜੀ ਦੇ ਕੋਲ ਆ ਕੇ ਖੰਡੇ ਦੀ ਪੌਲ ਛੱਕ ਕੇ ਸਿੰਘ ਸੱਜ ਰਹੇ ਨੇ, ਗੁਰਦੇਵ ਦੇ ਹੁਕਮ ਦੇ ਅਨੁਸਾਰ ਚੱਲਦਿਆਂ ਹੋਇਆਂ ਸ਼ਿਕਾਰ ਖੇਡਣ ਲਈ ਜਾਂਦੇ ਹਨ। ਭਾਂਤ ਭਾਂਤ ਬਨ ਖੇਲ ਸ਼ਿਕਾਰਾ, ਸ਼ਿਕਾਰ ਖੇਡਦੇ ਨੇ, ਕਿਉਂਕਿ ਸ਼ਿਕਾਰ ਖੇਡਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸਿਖਾਇਆ ਹੈ। ਬਨ ਵਿੱਚ ਦੂਰ ਤੱਕ ਯੋਧੇ ਆਪਣੇ ਸ਼ਸਤਰਾਂ ਦਾ ਅਭਿਆਸ ਕਰਨ ਲਈ। ਸ਼ਿਕਾਰ ਖੇਡਣ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਨੇ। ਉਹਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਸ਼ਸਤਰਾਂ ਦੇ ਚਲਾਉਣ ਦਾ ਜਿਹੜਾ ਅਭਿਆਸ ਹੈ ਉਹ ਸ਼ਿਕਾਰ ਖੇਡਦਿਆਂ ਹੁੰਦਾ ਹੈ। ਜਦੋਂ ਸ਼ਿਕਾਰ ਖੇਡਦੇ ਨੇ ਸੂਰਮੇ, ਤੇ ਉਸ ਵਕਤ ਸ਼ਸਤਰ ਚਲਾਉਣ ਦਾ ਅਭਿਆਸ ਕੀਤਾ ਜਾਂਦਾ ਹੈ। ਤਲਵਾਰ ਦਾ ਵਾਰ ਕਿਵੇਂ ਕਰਨਾ ਹੈ, ਚਲਦੇ ਹੋਏ ਦੌੜਦੇ ਹੋਏ ਸ਼ਿਕਾਰ ਦੇ ਉੱਤੇ ਤੀਰ ਦਾ ਵਾਰ ਕਿਵੇਂ ਕਰਨਾ ਹੈ, ਬੰਦੂਕ ਦੀ ਗੋਲੀ ਕਿਵੇਂ ਦਾਗਣੀ ਹੈ। ਤੋ ਇਸ ਪ੍ਰਕਾਰ ਨਾਲ ਸਿੰਘ ਸ਼ਿਕਾਰ ਖੇਡਣ ਵਾਸਤੇ ਦੂਰ ਤੱਕ ਜਾਂਦੇ ਹਨ। ਜੋ ਪਈ ਇੱਕ ਦਿਨ ਉਹਦੇ ਸਿੰਘ ਚੱਲ ਗਇਓ। ਇੱਕ ਦਿਨ ਦਾ ਬਚਨ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੂਰਮਿਆਂ ਚੋਂ ਭਾਈ ਮਨੀ ਸਿੰਘ ਜੀ ਦੇ ਸਪੁੱਤਰ, ਬਾਬਾ ਬਚਿੱਤਰ ਸਿੰਘ ਜੀ ਦੇ ਭਰਾ ਭਾਈ ਉਦੇ ਸਿੰਘ ਜੀ, ਭਾਈ ਉਦੇ ਸਿੰਘ ਜੀ ਮਹਾਰਾਜ ਜੀ ਦੇ, ਕਿਉਂਕਿ ਹੁਕਮ ਸੀ ਸ਼ਿਕਾਰ ਖੇਡਣਾ, ਤੇ ਕਈ ਵਾਰੀ ਸਿੰਘ ਕੱਲੇ ਦੁਕੱਲੇ ਵੀ ਸ਼ਿਕਾਰ ਖੇਡਣ ਚਲੇ ਜਾਂਦੇ ਸਨ। ਭਾਈ ਉਦੇ ਸਿੰਘ ਜੀ ਬਾਹਰ ਬਨ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ। ਫਿਰਤ ਅਖੇਰ ਬ੍ਰਿਤ ਬਨ ਕਿਉ, ਅਖੇਰ ਬਿਰਤੀ ਰੱਖ ਕੇ, ਸ਼ਿਕਾਰ ਖੇਡਣ ਦੀ ਬਿਰਤੀ ਰੱਖ ਕੇ ਭਾਈ ਉਦੇ ਸਿੰਘ ਜੀ ਜੰਗਲ ਵਿੱਚ, ਬਨ ਦੇ ਵਿੱਚ ਵਿਚਰ ਰਹੇ ਹਨ। ਪਿੱਖਿਓ ਅਚਾਨਕ ਕੇ ਹਰਿ ਆਇਓ। ਭਾਈ ਸਾਹਿਬ ਜੀ ਦੀ ਨਿਗਾਹ ਅਚਾਨਕ ਇੱਕ ਸ਼ੇਰ ਤੇ ਪਈ। ਕਈ ਵਾਰ ਜਿਹੜੇ ਸ਼ੇਰ ਜੰਗਲ ਦੇ ਵਿੱਚ ਆਦਮਖੋਰ ਹੋ ਜਾਂਦੇ ਨੇ, ਜਾਂ ਅਚਾਨਕ ਸ਼ਿਕਾਰ ਖੇਡਦੇ ਆ ਸ਼ਿਕਾਰੀ ਤੇ ਹਮਲਾ ਕਰਦੇ ਨੇ, ਫਿਰ ਮਜਬੂਰਨ ਉਹਨਾਂ ਸ਼ੇਰਾਂ ਦਾ ਸ਼ਿਕਾਰ ਕਰਨਾ ਪੈਂਦਾ। ਅਚਾਨਕ ਇੱਕ ਸ਼ੇਰ ਭਾਈ ਉਦੇ ਸਿੰਘ ਜੀ ਦੇ ਸਾਹਮਣੇ ਆਇਆ। ਧਰ ਧੀਰਜ ਇਨ ਪਾਉ ਟਿਕਾਇਓ। ਭਾਈ ਉਦੇ ਸਿੰਘ ਜੀ ਨੇ ਭਾਰੀ ਧੀਰਜ ਆਪਣੇ ਹਿਰਦੇ 'ਚ ਰੱਖਦਿਆਂ ਹੋਇਆਂ ਆਪਣੇ ਪੈਰ ਜ਼ਮੀਨ ਦੇ ਉੱਤੇ ਟਿਕਾ ਲਏ, ਕਿਉਂਕਿ ਸ਼ੇਰ ਹਮਲਾ ਕਰ ਸਕਦਾ ਹੈ, ਉਹਦੇ ਵਾਸਤੇ ਜ਼ਮੀਨ ਦੇ ਉੱਤੇ ਪੈਰ ਟਿਕੇ ਹੋਣੇ ਚਾਹੀਦੇ ਨੇ। ਕਿਉਂਕਿ ਜੇ ਸ਼ੇਰ ਨੇ ਝਪਟ ਮਾਰ ਕੇ ਸੁੱਟ ਲਿਆ, ਜਦੋਂ ਸ਼ਿਕਾਰੀ ਡਿੱਗ ਜਾਏ, ਫਿਰ ਸ਼ੇਰ ਦਾ ਉੱਤੇ ਕਬਜ਼ਾ ਹੋ ਜਾਂਦਾ ਹੈ। ਇਸ ਕਰਕੇ ਆਪਣੇ ਪੈਰਾਂ ਨੂੰ ਜ਼ਮੀਨ ਦੇ ਉੱਤੇ ਬੜੀ ਮਜ਼ਬੂਤੀ ਦੇ ਨਾਲ ਭਾਈ ਉਦੇ ਸਿੰਘ ਜੀ ਨੇ ਟਿਕਾ ਲਿਆ ਹੈ। ਜਬੇ ਨੇਰ ਸੇ ਸ਼ੇਰ ਪਹੁੰਚਾ, ਜਿਸ ਵਕਤ ਇਹ ਸ਼ੇਰ ਝਪਟ ਮਾਰਨ ਵਾਸਤੇ ਭਾਈ ਉਦੇ ਸਿੰਘ ਜੀ ਦੇ ਨੇੜੇ ਵਧਿਆ, ਤਜੀ ਤੁਫੰਗ ਨਾਦ ਕਰ ਉੱਚਾ। ਭਾਈ ਉਦੇ ਸਿੰਘ ਜੀ ਦੇ ਹੱਥ ਦੇ ਵਿੱਚ ਬੰਦੂਕ ਸੀ, ਬੰਦੂਕ ਭਰੀ ਹੋਈ ਸੀ, ਗੋਲੀਆਂ ਉਹਦੇ 'ਚ ਪਾਈਆਂ ਹੋਈਆਂ ਸਨ। ਭਾਈ ਸਾਹਿਬ ਨੇ ਵੇਖਿਆ ਕਿ ਬੰਦੂਕ ਨਾਲ ਹੀ ਇਹਦਾ ਸ਼ਿਕਾਰ ਕੀਤਾ ਜਾ ਸਕਦਾ ਸੁਖਾਲੇ ਢੰਗ ਨਾਲ। ਤੋ ਭਾਈ ਉਦੇ ਸਿੰਘ ਜੀ ਨੇ ਆਪਣੀ ਬੰਦੂਕ ਦੀ ਸਿਸਤ ਬੰਨੀ, ਨਿਸ਼ਾਨਾ ਲਾਇਆ ਤੇ ਗੋਲੀ ਚਲਾਈ। ਲਗੀ ਸੀਸ ਫੂਟੇ ਹੋ ਗਿਰ ਪਰਿਓ। ਉਹ ਗੋਲੀ ਚੱਲ ਕੇ ਸ਼ੇਰ ਦੇ ਮੱਥੇ ਵਿੱਚ ਵੱਜੀ। ਜਦੋਂ ਸ਼ੇਰ ਦੇ ਮੱਥੇ ਵਿੱਚ ਵੱਜੀ ਤੇ ਨਾਲ ਹੀ, ਹੁਣ ਸਿਰ ਦੇ ਵਿੱਚ ਗੋਲੀ ਵੱਜੇ, ਅੱਗੇ ਉਹਨੇ ਕੀ ਵਧਣਾ ਸੀ, ਉੱਥੇ ਹੀ ਨਾਲ ਗੋਲੀ ਵੱਜਦਿਆਂ ਸਿਰ ਦੇ ਵਿੱਚ ਸ਼ੇਰ ਸ਼ਾਂਤ ਹੋ ਗਿਆ, ਜ਼ਮੀਨ ਤੇ ਡਿੱਗ ਪਿਆ। ਨਹੀਂ ਉਠਨ ਕੋ ਤਿੰਨ ਪੁੰਨ ਕਰਿਓ। ਮੁੜ ਕੇ ਉਹ ਸ਼ੇਰ ਨੇ ਉੱਠਣ ਦਾ ਹੌਸਲਾ ਨਹੀਂ ਕੀਤਾ। ਕਰਦਾ ਵੀ ਕਿਵੇਂ, ਕਿਉਂਕਿ ਗੋਲੀ ਸਿਰ ਦੇ ਵਿੱਚ, ਦਿਮਾਗ ਦੇ ਵਿੱਚ ਵੱਜੀ। ਸਰੀਰ ਦੇ ਕਿਸੇ ਹੋਰ ਅੰਗ ਤੇ ਵੱਜੀ ਹੁੰਦੀ ਤੇ ਸ਼ਾਇਦ ਬਚ ਜਾਂਦਾ ਜਾਂ ਹਮਲਾ ਕਰਦਾ। ਗੋਲੀ ਲੱਗੀ ਮੱਥੇ ਵਿੱਚ ਹੈ, ਸਿਰ ਦੇ ਵਿੱਚ ਹੈ, ਇਸ ਕਰਕੇ ਉਹ ਸ਼ੇਰ ਦੁਬਾਰਾ ਉੱਠ ਨਹੀਂ ਸਕਿਆ। ਹੱਥ ਕੇ ਸਤਿਗੁਰ ਕੇ ਟਿਗ ਆਇਓ। ਉਸ ਸ਼ੇਰ ਦਾ ਸ਼ਿਕਾਰ ਕਰਕੇ ਭਾਈ ਉਦੇ ਸਿੰਘ ਜੀ ਵਾਪਸ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਰਬੰਸਦਾਨੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਉਤੋਂ ਬਿਲੰਦ ਭਿਆਨ ਬਤਾਇਓ। ਆ ਕੇ ਸਤਿਗੁਰੂ ਜੀ ਨੂੰ ਦੱਸਿਆ, ਗਰੀਬ ਨਵਾਜ ਜੀ, ਸ਼ੇਰ ਬੜਾ ਬਿਲੰਦ ਸੀ,
ਬਿਲੰਦ ਕਹਿੰਦੇ ਆ ਬਲੀ ਨੂੰ, ਵੱਡੇ ਨੂੰ। ਮਹਾਰਾਜ ਬੜੇ ਵੱਡੇ ਆਕਾਰ ਦਾ ਤੇ ਬੜਾ ਬਲੀ ਸ਼ੇਰ ਸੀ। ਸੁਨ ਕਲਗੀਧਰ ਦਾਸ ਪਠਾਏ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਉਸ ਸ਼ੇਰ ਦਾ ਸ਼ਿਕਾਰ ਕੀਤਾ। ਇਹਦੇ ਨਾਲ ਸੂਰਮਿਆਂ ਅੰਦਰ ਹੁਣ ਸ਼ੇਰ ਦਾ ਸ਼ਿਕਾਰ ਕੋਈ ਕਮਜ਼ੋਰ ਦਿਲ ਵਾਲਾ ਬੰਦਾ ਤਾਂ ਨਹੀਂ ਨਾ ਕਰ ਸਕਦਾ। ਕਮਜ਼ੋਰ ਦਿਲ ਵਾਲਾ ਬੰਦਾ ਤਾਂ ਸ਼ੇਰ ਨੂੰ ਵੇਖਦੇ ਹੀ ਸਹਿਮ ਜਾਏ, ਭੈ ਭੀਤ ਹੋ ਜਾਏ। ਇਹ ਵੀ ਇੱਕ ਪ੍ਰਕਾਰ ਦੀ ਦਲੇਰੀ ਭਰਨੀ ਸੀ ਸੂਰਮਿਆਂ 'ਚ, ਤਦੇ ਸ਼ਿਕਾਰ ਖੇਡਣ ਵਿੱਚ ਲਾਇਆ ਹੋਇਆ ਕਿ ਇਹਨਾਂ ਦੇ ਅੰਦਰੋਂ ਜਿਹੜਾ ਉਹ ਕਮਦਿਲੀ ਵਾਲਾ ਭਾਵ ਹੈ ਉਹ ਨਿਕਲ ਜਾਏ। ਜਦੋਂ ਦੱਸਿਆ ਮਹਾਰਾਜ ਜੀ ਬੜਾ ਭਿਆਨਕ ਸ਼ੇਰ ਆ, ਨਾਲੇ ਇਕੱਲੇ ਹੀ ਭਾਈ ਉਦੇ ਸਿੰਘ ਜੀ ਉਹਦਾ ਸ਼ਿਕਾਰ ਕਰਕੇ ਆਏ ਨੇ। ਮਹਾਰਾਜ ਜੀ ਨੇ ਸੁਣਿਆ ਤੇ ਗੁਰਦੇਵ ਨੇ ਉਸੇ ਵਕਤ ਕੁਝ ਸੇਵਾਦਾਰ ਸਿੰਘ ਭਾਈ ਉਦੇ ਸਿੰਘ ਜੀ ਦੇ ਨਾਲ ਭੇਜੇ। ਸਿਰ ਪਗ ਸਕਲ ਪੋਸ਼ ਉਤਰਾਏ। ਹੁਕਮ ਕੀਤਾ ਕਿ ਸ਼ੇਰ ਦੀ ਜਿਹੜੀ ਖੱਲ ਹੈ ਉਹਦੇ ਪੈਰਾਂ ਤੋਂ ਲੈ ਕੇ ਸਿਰ ਤਾਈਂ ਉਹ ਖੱਲ ਲਾ ਲਵੋ ਸ਼ੇਰ ਦੀ। ਸ਼ੇਰ ਦਾ ਮਾਸ ਤਾਂ ਕਿਸੇ ਕੰਮ ਨਹੀਂ ਆਉਂਦਾ, ਉਹਦੀ ਜਿਹੜੀ ਖੱਲ ਹੈ ਸ਼ੇਰ ਦੇ ਸਰੀਰ ਦੀ, ਉਹ ਖੱਲ ਪੈਰਾਂ ਤੋਂ ਲੈ ਕੇ ਸਿਰ ਤਾਈਂ ਲਾ ਲਵੋ। ਨਿਸਮੈ ਰਾਸ਼ਬ ਏਕ ਮੰਗਾਇਓ। ਔਰ ਗੁਰਦੇਵ ਨੇ ਆਖਿਆ ਉਹ ਖੱਲ ਲੈ ਆਓ, ਗੁਪਤ ਰੱਖਣਾ, ਬਚਨ ਪ੍ਰਗਟ ਨਹੀਂ ਕਰਨਾ। ਰਾਤ ਨੂੰ ਗੁਰਦੇਵ ਨੇ ਇੱਕ ਗਧਾ ਮੰਗਾਇਆ, ਕਿਸੇ ਘੁਮਿਆਰ ਦਾ ਗਧਾ ਫਿਰਦਾ ਸੀ। ਸਿੰਘ ਉਸ ਗਧੇ ਨੂੰ ਲੈ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆ ਗਏ। ਪਗ ਸਿਰ ਲੋ ਤਿਸ ਪਟ ਪੈਰਾਇਓ। ਉਹ ਜਿਹੜਾ ਸ਼ੇਰ ਦੀ ਖੱਲ ਸੀ, ਰਾਤ ਨੂੰ ਸਿੰਘਾਂ ਨੇ ਉਸ ਗਧੇ ਦੇ ਸਰੀਰ ਦੇ ਉੱਤੇ, ਕਿਉਂਕਿ ਗਧੇ ਦਾ ਆਕਾਰ ਵੀ ਤਕਰੀਬਨ ਸ਼ੇਰ ਦੇ ਸਰੀਰ ਦੇ ਆਕਾਰ ਦੇ ਬਰਾਬਰ ਦਾ ਸੀ, ਦੇਵ ਨੇਤ ਨਾਲ ਓਨਾ ਹੀ ਉਹਦਾ ਆਕਾਰ ਸੀ ਸ਼ੇਰ ਦਾ, ਉਨੀ ਉਹ ਖੱਲ ਜਿਹੜੀ ਸੀ ਨਾ ਸ਼ੇਰ ਦੀ, ਉਹ ਇਹਨਾਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਗਧੇ ਦੇ ਸਰੀਰ ਦੇ ਉੱਤੇ ਚੰਗੀ ਤਰ੍ਹਾਂ ਮੜ ਦਿੱਤੇ। ਖੇਤਨ ਵਿਖੇ ਉਜਾਰ ਕਨੇਰੀ। ਉਹਦਾ ਸਾਰਾ ਸਰੀਰ ਸ਼ੇਰ ਦੀ ਖੱਲ ਨਾਲ ਮੜ ਕੇ, ਹੁਣ ਇਹ ਨਾ ਪਤਾ ਲੱਗੇ ਵੀ ਇਹ ਗਧਾ ਹੈ। ਸਰੀਰ ਦੇ ਉੱਤੇ ਜਿਹੜੀ ਉਹ ਖੱਲ ਪਾਈ ਵੇਖਣ ਨੂੰ ਸ਼ੇਰ ਹੀ ਲੱਗਾ। ਸਿੰਘਾਂ ਨੇ ਏਦਾਂ ਗਧੇ ਦੇ ਸਰੀਰ ਤੇ ਸ਼ੇਰ ਦੀ ਖੱਲ ਮੜ ਕੇ ਕਲਗੀਧਰ ਜੀ ਦੇ ਹੁਕਮ ਦੇ ਅਨੁਸਾਰ ਉਸ ਗਧੇ ਨੂੰ ਬਾਹਰ ਖੇਤਾਂ ਦੇ ਵਿੱਚ ਛੱਡ ਦਿੱਤਾ। ਤਹਾਂ ਛੁਡਾਏ ਦੀਨ ਤਿਸ ਬੇਰੀ। ਗੁਰਦੇਵ ਦੇ ਹੁਕਮ ਦੀ ਪਾਲਣਾ ਕਰਦਿਆਂ ਸੇਵਾਦਾਰਾਂ ਨੇ ਉਹ ਗਧਾ ਬਾਹਰ ਜਾ ਕੇ ਖੇਤਾਂ ਦੇ ਵਿੱਚ ਛੱਡ ਦਿੱਤਾ। ਖੇਤਨ ਕੋ ਚਰ ਨਿਸਾ ਮਝਾਰੀ। ਕਹਿੰਦੇ ਸਾਰਾ ਦਿਨ ਉਹ ਹੈ ਤਾਂ ਗਧਾ ਹੀ ਸੀ ਨਾ, ਪਰ ਖੱਲ ਸ਼ੇਰ ਦੀ ਪਾਈ ਹੋਈ, ਉਹ ਖੇਤਾਂ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਚਰਦਾ ਰਿਹਾ ਸਾਰਾ ਦਿਨ। ਰਾਤ ਨੂੰ ਬੇਲੇ ਪਰਿਓ ਹੋਤ ਪੁਨ ਸਾਰੀ। ਕਹਿੰਦੇ ਉਸ ਵਕਤ ਸਾਰੇ ਖੇਤ ਦੇ ਵਿੱਚ ਉਹ ਫਿਰਦਾ ਰਿਹਾ। ਏਦਾਂ ਲੋਕਾਂ ਦੇ ਵਿੱਚ ਉਹ ਜਿਹੜੀ ਗੱਲ ਸੀ ਫੈਲਣ ਲੱਗੀ। ਲੋਕ ਗਰੀਬ ਦੇਖ ਕਰ ਆਏ। ਜਦੋਂ ਉੱਥੇ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਾ ਵੀ ਸਾਡੇ ਖੇਤ ਵਿੱਚ ਸ਼ੇਰ ਫਿਰਦਾ ਤੇ ਖੇਤਾਂ ਦੇ ਵਿੱਚ ਖੇਤਾਂ ਦੀ ਤਬਾਹੀ ਕਰ ਰਿਹਾ, ਹੁਣ ਨੇੜੇ ਤਾਂ ਕੋਈ ਜਾਵੇ ਨਾ, ਕੋਲ ਜਾ ਕੇ ਕੋਈ ਧਿਆਨ ਨਾਲ ਵੇਖੇ ਤੇ ਪਤਾ ਲੱਗੇ। ਦੂਰੋਂ ਹੁਣ ਉਹ ਖੱਲ ਪਾਈ ਹੋਈ ਸ਼ੇਰ ਹੀ ਦਿਸਦਾ ਸੀ, ਡਰ ਕੇ ਕੋਈ ਨੇੜੇ ਨਹੀਂ ਜਾਂਦਾ। ਉਹ ਲੋਕ ਜਿਹੜੇ ਗਰੀਬ ਸਨ, ਜਿਨ੍ਹਾਂ ਦੇ ਖੇਤ ਸਨ, ਉੱਥੇ ਬਾਹਰ ਫਿਰਦੇ ਸੀ, ਉਹ ਫਿਰ ਗੁਰੂ ਪਾਤਸ਼ਾਹ ਜੀ ਦੇ ਘਰ ਚੱਲ ਕੇ ਆਏ। ਵੱਡੋ ਸ਼ੇਰ ਇੱਕ ਸਬਨ ਬਤਾਏ। ਉਹਨਾਂ ਨੇ ਆ ਕੇ ਜਿਹੜੇ ਸਿੰਘ ਸਨ, ਉੱਥੇ ਸੇਵਾਦਾਰ ਸਨ, ਉਹਨਾਂ ਨੂੰ ਦੱਸਿਆ ਕਿ ਮਹਾਰਾਜ ਬਾਹਰ ਖੇਤਾਂ ਦੇ ਵਿੱਚ ਇੱਕ ਬੜਾ ਭਿਆਨਕ ਖੂੰਖਾਰ ਸ਼ੇਰ ਉਹ ਫਿਰਦਾ ਨਿਡਰ ਹੋ ਕੇ। ਬਨ ਮੈਂ ਵਿਚਰਤ ਮਾਰ ਨਖੈ ਹੈ। ਉਹ ਬਾਹਰੋਂ ਕਿਤੇ ਜੰਗਲ ਦੇ ਵਿੱਚੋਂ ਇੱਧਰ ਖੇਤਾਂ ਵਿੱਚ ਆ ਗਿਆ। ਉਹ ਕਿਸੇ ਨੂੰ ਐਸਾ ਨਾ ਹੋਵੇ ਕਿ ਕਿਸੇ ਨੂੰ ਚੀਰ ਫਾੜ ਕੇ ਖਾ ਜੇ। ਬੰਦੇ ਬਾਹਰ ਜਾਂਦੇ ਨੇ, ਖੇਤਾਂ ਵਿੱਚ ਫਿਰਦੇ ਨੇ, ਕਿਤੇ ਐਸਾ ਨਾ ਹੋਵੇ ਕਿ ਕਿਸੇ ਬੰਦੇ ਦਾ ਉਹ ਨੁਕਸਾਨ ਕਰੇ, ਕਿਸੇ ਨੂੰ ਚੀਰ ਫਾੜ ਕੇ ਖਾ ਜਾਵੇ। ਗੁਰ ਪੀ ਸੁਨਿਓ ਤੂਸ਼ਨੀ ਹੋਏ ਹੈ। ਸਤਿਗੁਰੂ ਜੀ ਨੂੰ ਵੀ ਆ ਕੇ ਉਹਨਾਂ ਨੇ ਬੇਨਤੀ ਕੀਤੀ। ਮਹਾਰਾਜ ਜੀ ਚੁੱਪ ਰਹੇ। ਸਤਿਗੁਰੂ ਜੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਪਾਤਸ਼ਾਹ ਦਾ ਆਪਣਾ ਹੀ ਚੋਜ ਸੀ ਕਲਗੀਧਰ ਜੀ ਦਾ। ਉਸ ਵਕਤ ਜਦੋਂ ਲੋਕਾਂ ਨੇ ਆ ਕੇ ਪੁਕਾਰ ਕੀਤੀ ਤਾਂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਚੁੱਪਚਾਪ ਮਹਾਰਾਜ ਜੀ ਸੁਣਦੇ ਰਹੇ। ਛੁਦਾ ਲਗੀ ਤੇ ਖੇਤੀ ਖਾਏ। ਜਦੋਂ ਰਾਤ ਪਿਆ ਕਰੇ ਆਸੇ ਪਾਸੇ ਹੋ ਜਾਏ, ਜਦੋਂ ਭੁੱਖ ਲੱਗੇ ਗਧੇ ਨੂੰ, ਉਹ ਖੇਤਾਂ ਦੇ ਵਿੱਚ ਆ ਕੇ ਦਿਨੇ ਆਪਣੀ ਮਰਜ਼ੀ ਦੇ ਨਾਲ ਖੇਤਾਂ ਦੀ ਫਸਲ ਖਾਂਦਾ ਤੇ ਤਬਾਹ ਕਰਦਾ। ਡਰਤ ਲੋਕ ਕੋ ਨੇਰ ਨ ਜਾਏ। ਹੁਣ ਲੋਕ ਹੈਰਾਨ ਵੀ ਨੇ ਵੀ ਸ਼ੇਰ ਫਸਲ ਕਿਵੇਂ ਖਾ ਰਿਹਾ, ਵੀ ਇਹ ਤਾਂ ਮਾਸ ਖਾਣ ਵਾਲਾ ਬੰਦਾ ਹੈ, ਇਹ ਮਾਸ ਖਾਣ ਵਾਲਾ ਜੀਵ ਹੈ, ਮਾਸਾਹਾਰੀ ਹੈ। ਤਾਂ ਲੋਕ ਡਰਦੇ ਮਾਰੇ ਨੇੜੇ ਨਾ ਜਾਣ। ਨੇੜੇ ਜਾਣ ਤਾਂ ਪਤਾ ਲੱਗ ਜਾਂਦਾ ਵੀ ਖੱਲ ਪਾਈ ਹੋਈ ਹੈ। ਹੁਣ ਉਹ ਦੂਰੋਂ ਤਾਂ ਦੂਰ ਰਹਿੰਦੇ ਨੇ, ਨੇੜੇ ਕੋਈ ਜਾਂਦਾ ਨਹੀਂ, ਡਰਦੇ ਨੇ, ਭੈ ਭੀਤ ਹੁੰਦੇ ਨੇ। ਕਹੇ ਕਿਹਰੀ ਆਏ ਵਿਸਾਲਾ। ਔਰ ਗੱਲਾਂ ਕਰਦੇ ਨੇ, ਕਹਿੰਦੇ ਵੇਖੋ ਕਿਤਨਾ ਵਿਸ਼ਾਲ ਦੀਰਘ ਕਾਇਆ ਸ਼ੇਰ ਹੈ, ਕਿੰਨਾ ਬਲੀ ਸ਼ੇਰ ਹੈ। ਭਾਜ ਜਾਏ ਸਭ ਹੇਰ ਕਰਾਲਾ। ਜਦੋਂ ਕਿਸੇ ਦੀ ਨਿਗਾਹ ਪੈ ਜਾਂਦੀ ਆ ਬਾਹਰ ਫਿਰਦੇ ਨੂੰ, ਉਸ ਗਧੇ ਨੂੰ ਵੇਖ ਕੇ ਡਰ ਕੇ ਲੋਕ ਭੈ ਭੀਤ ਹੋ ਕੇ ਨੱਠ ਜਾਂਦੇ ਨੇ, ਭੱਜ ਜਾਂਦੇ ਨੇ, ਉਹਦੇ ਨੇੜੇ ਨਹੀਂ ਜਾਂਦੇ। ਦਿਨ ਦ્વੈ ਤੀਨ ਖੇਤ ਕੋ ਖਾਏ। ਏਦਾਂ 2-3 ਦਿਨ ਤਕਰੀਬਨ ਉਹ ਜਿਹੜਾ ਗਧਾ ਸੀ 2 ਦਿਨ ਚੰਗੀ ਤਰ੍ਹਾਂ ਖੇਤ ਚਰਦਾ ਰਿਹਾ, ਚੰਗੀ ਤਰ੍ਹਾਂ ਰੱਜ ਕੇ ਫਸਲ ਖਾਂਦਾ ਰਿਹਾ। ਤ੍ਰਿਪਤ ਹੋਏ ਕਰਪੁਰ ਕੋ ਆਏ। 2 ਦਿਨ ਫਿਰ ਕੇ ਨਾ ਖੇਤਾਂ ਦੇ ਵਿੱਚ ਚੰਗੀ ਤਰ੍ਹਾਂ ਰੱਜ ਕੇ ਉਹ ਨਗਰ ਦੇ ਵਿੱਚ ਵਾਪਸ ਆਇਆ, ਜਿਹਦਾ ਉਹ ਗਧਾ ਸੀ ਘੁਮਿਆਰ ਦਾ, ਉਸੇ ਦੇ ਘਰ ਵਾਲੇ ਪਾਸੇ ਵਾਪਸ ਪਰਤਿਆ। ਜਾਮ ਜਾਮਨੀ ਰਹਿ ਗਈ ਜਬੇ। ਜਦੋਂ ਪਹਿਰ ਰਾਤ ਰਹਿੰਦੀ ਸੀ, ਯਾਨੀ ਕਿ ਰਾਤ ਦਾ ਵੇਲਾ ਸੀ, ਅੰਮ੍ਰਿਤ ਵੇਲਾ ਸੀ, ਉਦੋਂ ਕਿਤੇ ਉਸ ਜਿਹੜਾ ਗਧਾ ਸੀ ਉਹ ਵਾਪਸ ਆਪਣੇ ਮਾਲਕ ਦੇ ਘਰ, ਜਿਹੜਾ ਘੁਮਿਆਰ ਸੀ ਉਹਦੇ ਘਰ ਵਾਪਸ ਆਇਆ। ਘਰ ਕੁਲਾਲ ਕੇ ਆਇਓ ਤਬੈ। ਉਸ ਕੁਲਾਲ ਦੇ ਘੁਮਿਆਰ ਦੇ ਘਰ ਚੱਲ ਕੇ ਆਇਆ। ਦਵਾਰ ਅਗਾਰੀ ਠਾਂਡੋ ਹੋਏ। ਜਿਹੜਾ ਘੁਮਿਆਰ ਦਾ ਘਰ ਸੀ ਉਹਦੇ ਦਰਵਾਜ਼ੇ ਦੇ ਕੋਲ ਆ ਕੇ ਉਹ ਗਧਾ ਖਲੋ ਗਿਆ। ਪ੍ਰਾਤ ਹੋਤ ਲੋ ਇਸਥਿਰ ਹੋਏ। ਹੁਣ ਸਵੇਰ ਦਿਨ ਹੁੰਦਿਆਂ ਤੱਕ ਉੱਥੇ ਹੀ ਖਲੋਤਾ ਰਿਹਾ। ਰਾਤ ਨੂੰ ਰੱਜ ਕੇ ਆਇਆ ਹੋਇਆ ਸੀ ਬਾਹਰੋਂ ਖੇਤਾਂ ਚੋਂ, ਘੁਮਿਆਰ ਦੇ ਦਰਵਾਜ਼ੇ ਦੇ ਉੱਤੇ ਆ ਕੇ ਖਲੋ ਗਿਆ। ਔਰ ਦਿਨ ਚੜ੍ਹਦੇ ਤੱਕ, ਸਵੇਰ ਲੋ ਲੱਗਣ ਤੱਕ ਦਰਵਾਜ਼ੇ ਤੇ ਹੀ ਖਲੋਤਾ ਰਿਹਾ। ਜਬ ਕੁਲਾਲ ਨੇ ਦਵਾਰ ਉਗਾਰਾ। ਜਦੋਂ ਘੁਮਿਆਰ ਨੇ ਆਪਣੇ ਦਰਵਾਜ਼ਾ ਖੋਲਿਆ ਘਰ ਦਾ, ਖਰੋ ਕਿਹਰੀ ਭੀਮ ਨਿਹਾਰਾ। ਕੀ ਵੇਖਦਾ ਵੀ ਉਹਦੇ ਦਰਵਾਜ਼ੇ ਤੇ ਤਾਂ ਬੜਾ ਭਿਆਨਕ ਸ਼ੇਰ ਖੜਾ। ਇੱਕਦਮ ਡਰ ਗਿਆ ਘੁਮਿਆਰ ਦੇ, ਤਾਂ ਪ੍ਰਾਣ ਨਿਕਲਣ ਵਾਲੇ ਹੋ ਗਏ ਵੀ ਇਹ ਤਾਂ ਉਹੀ ਸ਼ੇਰ ਲੋਕਾਂ ਦੇ ਵਿੱਚ ਜਿਹੜੀ ਗੱਲ ਫੈਲੀ ਤਾਂ ਹੋਈ ਸੀ ਆਨੰਦਪੁਰ ਸਾਹਿਬ 'ਚ। ਇੱਕਦਮ ਜਿਵੇਂ ਉਹਦੇ ਤਰਾਣ ਨਿਕਲਦੇ ਆ ਨਾ, ਸਾਹ ਨਿਕਲਦੇ ਆ, ਏਦਾਂ ਘੁਮਿਆਰ ਡਰ ਗਿਆ ਵੇਖ ਕੇ। ਬਹੁਰ ਭੇਰ ਕਰ ਹੀਰਨ ਲਾਗਾ। ਫਿਰ ਇੱਕਦਮ ਉਹਨੇ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ੇ ਦੇ ਵਿੱਚੋਂ ਜਿਹੜੀ ਵਿਰਲ ਹੁੰਦੀ ਹੈ, ਉਹ ਛੇਕ ਸੀ ਦਰਵਾਜ਼ੇ ਵਿੱਚ, ਉਹਦੇ ਵਿੱਚੋਂ ਵੇਖਣ ਲੱਗਾ ਬਾਹਰ ਨੂੰ ਅੱਖ ਕੱਢ ਕੇ। ਹਲੇ ਨਾ ਚਲੇ ਨਾ ਇਤ ਉੱਤੇ ਆਗਾ। ਜਦੋਂ ਦਰਵਾਜ਼ਾ ਬੰਦ ਕਰਕੇ ਵਿੱਚੋਂ ਛੇਕ ਦੇ ਵਿਰਲ ਦੇ ਵਿੱਚੋਂ ਵੇਖਦਾ ਧਿਆਨ ਦੇ ਨਾਲ ਵੀ ਇਹ ਸ਼ੇਰ ਕਿਹੋ ਜਿਹਾ ਹੈ, ਵੀ ਨਾ ਹਿੱਲਦਾ ਨਾ ਜੁਲਦਾ, ਵੀ ਇੱਕ ਲੱਤ ਤਾਂ ਨੂੰ ਚੁੱਕੀ ਹੋਈ ਜਿਵੇਂ ਗਧਾ ਖਲੋਂਦਾ, ਕਿਉਂਕਿ ਇਹ ਤਾਂ ਹੁਣ ਗਧਿਆਂ ਦਾ ਪਾਰਖੂ ਸੀ ਘੁਮਿਆਰ। ਗਧੇ ਇਹਨੇ ਪਾਲੇ ਹੋਏ ਸਨ ਆਪਣੇ ਕੋਲ। ਕਹਿੰਦਾ ਵੇਖ ਕੇ ਬੜਾ ਹੈਰਾਨ ਹੋ ਰਿਹਾ ਵੀ ਇਹ ਕਿਦਾਂ ਦਾ ਸ਼ੇਰ ਹੈ, ਨਾ ਹਿੱਲਦਾ ਨਾ ਜੁਲਦਾ, ਬਿਲਕੁਲ ਅਡੋਲ ਜੇ ਅੱਖਾਂ ਜੀਆਂ ਮੀਚ ਕੇ ਖਲੋਤਾ ਹੈ। ਰੂਪ ਸ਼ੇਰ ਕੋ ਕਰਨੀ ਨਾਹੇ ਨਾ। ਬਾਹਰੋਂ ਰੂਪ ਸ਼ੇਰ ਵਾਲਾ ਹੈ ਪਰ ਕਰਨੀ ਸ਼ੇਰ ਵਾਲੀ ਕੋਈ ਨਹੀਂ। ਬਾਹਰੋਂ ਜਿਹੜਾ ਭੇਖ ਹੈ ਉਹ ਸ਼ੇਰ ਵਾਲਾ, ਪਰ ਕਰਨੀ ਸ਼ੇਰ ਵਾਲੀ ਨਹੀਂ ਲੱਗਦੀ। ਇਮ ਕਬ ਖਰੋ ਹੋਤ ਡਰ ਜਾਏ ਨਾ। ਕਹਿੰਦੇ ਕਦੇ, ਕਿਉਂਕਿ ਸ਼ੇਰ ਤਾਂ ਕਦੇ ਇਦਾਂ ਖਲੋਂਦਾ ਹੀ ਨਹੀਂ ਹੁੰਦਾ। ਜੇ ਉਹਦੇ ਸਾਹਮਣੇ ਕੋਈ ਇੱਕਦਮ ਵਿਅਕਤੀ ਆਵੇ ਉਹ ਤਾਂ ਝਪਟ ਮਾਰਦਾ, ਵੀ ਇਹ ਤਾਂ ਅਡੋਲ ਹੀ ਖਲੋਤਾ ਰਿਹਾ, ਮੈਨੂੰ ਵੇਖ ਕੇ ਨੇ ਝਪਟ ਵੀ ਨਹੀਂ ਮਾਰੀ। ਸਨੇ ਸਨੇ ਨੀਕੇ ਜਬ ਹੀਰਾ। ਉਹਨੇ ਚੰਗੀ ਤਰ੍ਹਾਂ ਪੜਤਾਲ ਕੀਤੀ, ਨਿਗਾਹ ਨਾਲ ਹੌਲੇ ਹੌਲੇ ਵੇਖਦਾ ਰਿਹਾ ਦਰਵਾਜ਼ੇ ਚੋਂ। ਚੰਗੀ ਤਰ੍ਹਾਂ ਵੇਖ ਕੇ ਜਦੋਂ ਉਹਨੇ ਪਰਖ ਕੀਤੀ, ਇਹ ਤੋ ਕਿਹਰ ਨਹੀਂ ਬਡੇਰਾ। ਉਹ ਇੱਕਦਮ ਪਤਾ ਲੱਗਾ ਵੀ ਇਹ ਤਾਂ ਉੱਤੇ ਕੋਈ ਖੱਲ ਜੀ ਮੜੀ ਹੋਈ ਹੈ, ਪਤਾ ਲੱਗ ਜਾਂਦਾ। ਉਹਨੇ ਜਦੋਂ ਧਿਆਨ ਨਾਲ ਗੌਰ ਨਾਲ ਵੇਖਿਆ, ਦਰਵਾਜ਼ਾ ਬੰਦ ਸੀ, ਸ਼ੇਰ ਅਡੋਲ ਖਲੋਤਾ ਹੈ ਤਾਂ ਗਧਾ ਹੀ ਸੀ ਨਾ। ਉਹ
ਖਾਲੀ ਸ਼ੇਰ ਵਾਲੀ ਸੀ ਬਾਹਰਲੀ। ਚੰਗੀ ਤਰ੍ਹਾਂ ਧਿਆਨ ਨਾਲ ਵੇਖਦਿਆਂ ਉਹਨੇ ਪਛਾਣ ਲਿਆ ਕਿ ਇਹ ਸ਼ੇਰ ਨਹੀਂ ਹੈ। ਨੇਰੇ ਜਾਏ ਲੀਨ ਗਹਿ ਤਾਈ। ਇਹਨੇ ਦਰਵਾਜ਼ਾ ਖੋਲਿਆ ਤੇ ਕੋਲ ਚਲਾ ਗਿਆ। ਕੋਲ ਜਾ ਕੇ ਇਹਨੂੰ ਪਕੜ ਲਿਆ। ਹਤੀ ਲਸ਼ਟ ਕਾ ਪ੍ਰਿਸ਼ਟੀ ਮਾਈ। ਵੇਖ ਲਿਆ ਵੀ ਇਹ ਤਾਂ ਗਧਾ, ਉੱਤੇ ਖੱਲ ਮੜੀ ਹੋਈ ਆ ਸ਼ੇਰ ਦੀ, ਹੱਥ 'ਚ ਸੋਟੀ ਸੀ, ਇਹਦੇ ਜ਼ੋਰ ਨਾਲ ਮਾਰੀ ਵਗਾ ਕੇ ਪਿੱਠ ਤੇ ਉਹਦੇ ਗਧੇ ਦੇ। ਜਿਹੜਾ 3 ਦਿਨ ਡਰਾਉਂਦਾ ਰਿਹਾ, ਲੋਕਾਂ ਨੂੰ ਦਹਿਸ਼ਤ ਪਾਉਂਦਾ ਰਿਹਾ, ਜਦੋਂ ਘੁਮਿਆਰ ਦੇ ਕੋਲ ਆਇਆ ਉਹਨੇ ਪਛਾਣ ਲਿਆ। ਇਹਨੇ ਚੌਂਪੌਂਜ ਵੀ ਕੀਤੀ ਹੋਣੀ ਆ ਜਿਵੇਂ ਗਧੇ ਕਰਦੇ ਆ, ਉਹ ਚੌਂਪੌਂਜ ਵੀ ਕੀਤੀ। ਗਧਾ ਪਛਾਣਿਆ ਗਿਆ। ਇਹਨੇ 2-4 ਵਗਾਵੀਆਂ ਸੋਟੀਆਂ ਮਾਰੀਆਂ। ਤੂੰ ਮੇਰਾ ਗਧਾ ਮੈਨੂੰ ਹੀ ਡਰਾਉਣਾ? ਆਹ ਖੱਲ ਪਾਈ ਹੋਈ ਆ ਸਰੀਰ ਦੇ ਉੱਤੇ ਸ਼ੇਰ ਦੀ। ਇੱਕਦਮ ਕਹਿੰਦੇ ਜ਼ੋਰ ਦੇ ਨਾਲ ਜਦੋਂ 2-4 ਗਧੇ ਦੀ ਪਿੱਠ ਤੇ ਸੋਟੀਆਂ ਮਾਰੀਆਂ, ਪੀੜ ਪਲਾਣ ਬਕੰਬਰ ਲਾਇਓ। ਕਹਿੰਦੇ ਉਸੇ ਵੇਲੇ ਉਹ ਜਿਹੜਾ ਉੱਤੇ ਪੀੜੀ ਹੋਈ ਸੀ ਨਾ ਸ਼ੇਰ ਦੀ ਖੱਲ ਪਾਈ ਹੋਈ, ਉਹ ਇਹਨੇ ਲਾਹ ਕੇ ਪਾਸੇ ਸੁੱਟ ਦਿੱਤੀ ਵੀ ਤੂੰ ਗਧਾ, ਖੱਲ ਤੇਰੇ ਉੱਤੇ ਸ਼ੇਰ ਦੀ ਪਾਈ ਹੋਈ ਹੈ। ਉਹ ਖੱਲ ਲਾਹ ਕੇ ਇਹਨੇ ਪਾਸੇ ਸੁੱਟ ਦਿੱਤੀ। ਕਹਿੰਦਾ 3 ਦਿਨ ਹੋ ਗਏ ਨੇ ਮੈਨੂੰ ਮਗਜਮਾਰੀ ਕਰਦਿਆਂ ਵੀ ਪਤਾ ਨਹੀਂ ਗਿਆ ਕਿੱਥੇ ਹੈ। ਲੱਭਦਾ ਫਿਰਦਾ ਸੀ, ਗਧਾ ਇਸੇ ਦਾ ਹੀ ਸੀ ਨਾ। ਕਹਿੰਦਾ 3 ਦਿਨ ਹੋ ਗਏ ਨੇ ਮੈਂ ਲੱਭਦਾ ਫਿਰਦਾ ਵੀ ਗਿਆ ਕਿੱਥੇ ਹੈ। ਉਸ ਵਕਤ ਕਹਿੰਦੇ ਖੱਲ ਲਾ ਕੇ ਉਹਦੇ ਉੱਪਰ ਦੀ ਸ਼ੇਰ ਦੀ ਪਰੇ ਸੁੱਟ ਦਿੱਤੀ। ਗੂਣ ਲਾਦ ਕਿਤ ਜਾਵਨ ਚਾਇਓ। ਉੱਤੇ ਗੂਣ ਲੱਦ ਲਈ ਜਿਹਦੇ ਚ ਮਿੱਟੀ ਪਾ ਕੇ ਲਿਆਉਣੀ ਹੁੰਦੀ ਹੈ ਗਧੇ ਦੇ ਉੱਤੇ ਘੁਮਿਆਰ ਨੇ, ਉਹ ਗੂਣ ਲੱਦ ਕੇ ਉੱਤੇ ਲੈ ਕੇ ਟੁਰ ਪਿਆ। ਸਭ ਪੁਰ ਮੈਂ ਪਾ ਬਿਦਤ ਪ੍ਰਸੰਗ। ਘੁਮਿਆਰ ਨੇ ਲੋਕਾਂ ਨੂੰ ਦੱਸਿਆ ਜਾ ਕੇ 5-7 ਨੂੰ। ਉਹਨਾਂ 5-7 ਨੇ ਹੋਰ ਅੱਗੇ ਜਾ ਕੇ ਦੱਸਿਆ ਵੀ ਉਹ ਸ਼ੇਰ ਨਹੀਂ ਗਧਾ ਸੀ, ਉਹਦੇ ਸਰੀਰ ਦੇ ਉੱਤੇ ਖੱਲ ਪਾਈ ਹੋਈ ਸੀ ਸ਼ੇਰ ਦੀ। ਇਹ ਗੱਲ ਇੱਕਦਮ ਸਾਰੇ ਲੋਕਾਂ 'ਚ ਫੈਲ ਗਈ। ਕਿਨੋਂ ਜਾਏ ਕਹਿਓ ਗੁਰ ਸੰਗ। ਜਦੋਂ ਪਿੰਡ 'ਚ ਇਹ ਗੱਲ ਫੈਲ ਗਈ, ਉਹਨਾਂ ਵਿੱਚੋਂ ਕੋਈ 2-4 ਬੰਦੇ ਆਨੰਦਪੁਰ ਸਾਹਿਬ ਦੇ ਕਲਗੀਧਰ ਜੀ ਕੋਲ ਗਏ ਮਹਾਰਾਜ ਜੀ ਨੂੰ ਦੱਸਣ ਵਾਸਤੇ। ਕਹਿਤ ਹੋਤੇ ਨਰ ਜਿਸ ਕੋ ਸ਼ੇਰ। ਕਹਿਣ ਲੱਗੇ ਮਹਾਰਾਜ ਵੇਖੋ ਕਿਸੇ ਨੇ ਕਿੱਡਾ ਵੱਡਾ ਮਖੌਲ ਕੀਤਾ ਹੈ, ਜਿਹਨੂੰ ਸਾਰੇ ਪਿੰਡ ਵਾਲੇ ਸ਼ੇਰ ਦੱਸਦੇ ਸੀ। ਅਸੀਂ ਆ 2-3 ਦਿਨ ਪਹਿਲਾਂ ਤੁਹਾਨੂੰ ਆ ਕੇ ਦੱਸਿਆ ਸੀ ਕਿ ਬਾਹਰ ਖੇਤਾਂ ਵਿੱਚ ਸ਼ੇਰ ਫਿਰਦਾ ਹੈ। ਮਹਾਰਾਜ ਜਿਹਨੂੰ ਸਾਰੇ ਨਗਰ ਵਾਲੇ ਸ਼ੇਰ ਦੱਸਦੇ ਸਨ, ਗਹਿਓ ਸੁਖਰ ਕੁਲਾਲ ਨਹਿਰ। ਮਹਾਰਾਜ ਉਹ ਤਾਂ ਗਧਾ ਨਿਕਲਿਆ, ਉਹਦੇ ਤੇ ਤਾਂ ਕੇਵਲ ਖਾਲੀ ਸ਼ੇਰ ਦੀ ਪਾਈ ਹੋਈ ਸੀ। ਮਹਾਰਾਜ ਉਹ ਤਾਂ ਗਧਾ ਨਿਕਲਿਆ ਤੇ ਆ ਹੁਣੇ ਸਾਨੂੰ ਘੁਮਿਆਰ ਮਿਲਿਆ ਜਿਹਦਾ ਉਹ ਗਧਾ ਸੀ। ਉਹਨੇ ਉਹਦੇ ਤੋਂ ਖੱਲ ਲਾ ਕੇ ਉਹਦੇ ਤੇ ਗੂਣ ਲੱਦ ਲਈ ਐ। ਲਦੇ ਗੂਣ ਮ੍ਰਿਗ ਛਾਲ ਉਤਾਰੀ। ਉਹਦੇ ਉੱਤੇ ਜਿਹੜੀ ਸ਼ੇਰ ਦੀ ਖੱਲ ਸੀ ਲਾ ਕੇ ਮਹਾਰਾਜ ਜੀ ਉਹਦੇ ਤੇ ਗੂਣ ਲੱਦ ਲਈ ਆ, ਮਿੱਟੀ ਦੀ ਭਰੀ ਹੋਈ। ਡਰੇ ਲੋਕ ਪਾਕੋ ਤਕ ਪਾਰੀ। ਮਹਾਰਾਜ ਵੇਖੋ ਕਿੰਨਾ ਕਿਸੇ ਮਜ਼ਾਕ ਕੀਤਾ, ਕਿੰਨਾ ਕਿਸੇ ਨੇ ਇਹੋ ਜਿਹਾ ਕੌਤਕ ਕੀਤਾ ਵੀ ਸਾਰੇ ਲੋਕ ਡਰੇ ਫਿਰਦੇ ਸਨ, ਭੈ ਭੀਤ ਸਨ। ਤਬ ਸਤਿਗੁਰ ਸਭ ਊਨ ਸੁਨਾਇਓ। ਉਸ ਵਕਤ ਸਾਰਾ ਨਗਰ ਹੀ ਆਇਆ ਹੋਇਆ ਮਹਾਰਾਜ ਜੀ ਦੇ ਜਿੰਨੇ, ਕਿਉਂਕਿ ਕੁਝ ਕੁ ਸਿੰਘਾਂ ਨੂੰ ਪਤਾ ਸੀ, ਭਾਈ ਉਦੇ ਸਿੰਘ ਤੇ 5-7 ਸਿੰਘਾਂ ਨੂੰ, ਸਾਰਿਆਂ ਨੂੰ ਨਹੀਂ ਸੀ ਪਤਾ। ਸਾਰੇ ਸਿੰਘ ਮਹਾਰਾਜ ਜੀ ਦੇ ਦਰਬਾਰ 'ਚ ਆ ਗਏ। ਕਲਗੀਧਰ ਪਾਤਸ਼ਾਹ ਜੀ ਗਰਜਵੀਂ ਆਵਾਜ਼ ਦੇ ਵਿੱਚ ਬੋਲੇ, ਖਾਲਸੇ ਨੂੰ ਦੱਸਣ ਲੱਗੇ, ਇਹ ਦ੍ਰਿਸ਼ਟਾਂਤ ਤੁਮੇ ਦਿਖ ਰਾਇਓ। ਕਹਿੰਦੇ ਸਿੱਖੋ ਯੋਧਿਓ, ਇਹ ਸਾਡਾ ਕੌਤਕ ਸੀ, ਅਸੀਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਜਿਹੜਾ ਉਹ ਵਿਖਾਇਆ ਹੈ। ਜਾਤ ਪਾਤ ਮੈਂ ਰਾਸ਼ਪ ਜੈਸੇ। ਕਹਿੰਦੇ ਜਿਵੇਂ ਕੋਈ ਜਾਤ ਪਾਤ ਦੇ ਬੰਧਨ 'ਚ ਬੱਧਾ ਹੁੰਦਾ, ਸਾਡੀ ਅਸੀਂ ਬਾਹਮਣ ਹੁੰਨੇ ਆ ਜੀ, ਅਸੀਂ ਜੱਟ ਹੁੰਨੇ ਆ ਜੀ, ਅਸੀਂ ਛਤਰੀ ਹੁੰਨੇ ਆ ਜੀ, ਅਸੀਂ ਸ਼ੂਦਰ, ਏਦਾਂ ਜਿਹੜੇ ਆ ਜਾਤ ਪਾਤ ਦੇ ਬੰਧਨਾਂ ਦੇ ਵਿੱਚ ਬੰਨੇ ਹੋਏ ਲੋਕ ਨੇ, ਉਹਨਾਂ ਨੂੰ ਆਪਾਂ ਏਦਾਂ ਕਹਿ ਸਕਦੇ ਆ ਵੀ ਉਹ ਰਾਸ਼ਬ ਨੇ। ਰਾਸ਼ਬ ਕਹਿੰਦੇ ਨੇ ਗਧੇ ਨੂੰ। ਜਿਹੜੇ ਆਪਣੀ ਜਾਤ ਦਾ ਮਾਣ ਕਰਦੇ ਆ, ਜਾਤੀ ਦਾ ਅਭਿਮਾਨ ਕਰਦੇ ਆ। ਖਾਲਸਾ ਜੀ ਭਾਵੇਂ ਸਾਹਿਬ ਨੇ ਸਾਨੂੰ ਖਾਲਸਾ ਸਾਜ ਦਿੱਤਾ ਹੈ, ਪਰ ਇਹ ਜਾਤ ਪਾਤ ਦੇ ਜਿਹੜੇ ਬੰਧਨ ਨੇ ਉਹਦੇ ਵਿੱਚ ਅਸੀਂ ਹਾਲੇ ਵੀ ਬੰਨੇ ਹੋਏ ਆ। ਅਕਸਰ ਕਈ ਵਾਰੀ ਕਹਿੰਦੇ ਸੁਣੀਦਾ, ਕਈ ਸਿੰਘਾਂ ਨੂੰ ਆਪਸ ਵਿੱਚ ਗੱਲਬਾਤ ਕਰਦੇ ਆ, ਕਹਿੰਦੇ ਚਲੋ ਮੈਂ ਜਾਤ ਪਾਤ ਤਾਂ ਨਹੀਂ ਮੰਨਦਾ, ਪਰ ਤੁਸੀਂ ਕੌਣ ਹੁੰਦੇ ਹੋ ਜੀ, ਨਾਲੇ ਵੀ ਪੁੱਛ ਲੈਣਾ। ਮੈਂ ਮੰਨਦਾ ਨਹੀਂ ਜੀ ਜਾਤ ਪਾਤ ਨੂੰ,
ਨਾਲੇ ਪੁੱਛ ਲੈਣਗੇ ਤੁਸੀਂ ਕੌਣ ਹੁੰਦੇ ਹੋ ਜੀ। ਜੇ ਮੰਨਦਾ ਹੀ ਨਹੀਂ ਤੇ ਫਿਰ ਪੁੱਛਦਾ ਕਿਉਂ ਹੈ ਭਾਈ। ਰਹਿਤਨਾਮਿਆਂ ਦੇ ਬਚਨ ਨੇ, ਜਿਹੜਾ ਸਿੱਖ ਦੀ ਜਾਤ ਪੁੱਛੇ ਉਹ ਤਨਖਾਈ ਆ। ਮਹਾਰਾਜ ਜੀ ਕਹਿੰਦੇ ਜਿਹੜੇ ਜਾਤ ਪਾਤ ਦੇ ਬੰਧਨਾਂ ਵਿੱਚ ਬੱਧੇ ਹੋਏ ਨੇ ਉਹ ਗਰਦਬ ਨੇ, ਰਾਸ਼ਬ, ਉਹ ਗਧਿਆਂ ਦੇ ਮਨਿੰਦ ਹਨ। ਬਸੀ ਕੁਲਾਲ ਲਾਜ ਮੈਂ ਤੈਸੇ। ਕਹਿੰਦੇ ਵੇਖਿਆ ਨਾ, ਜਿਵੇਂ ਉਹ ਆਪਣੀ ਭਾਈਚਾਰੇ ਦੇ ਨਾਲ ਜਦੋਂ ਜਾ ਕੇ ਜਿਨ੍ਹਾਂ ਦੇ ਨਾਲ ਉਹਦੀ ਰਹਿਣੀ ਬਹਿਣੀ ਸੀ ਗਧੇ ਦੀ, ਗਿਆ ਉਹਨਾਂ ਦੇ ਕੋਲ, ਉਹਨੇ ਜਾਂਦੇ ਰੱਸੀਆਂ ਪਾ ਕੇ ਨਪੀੜ ਲਿਆ ਤੇ ਪਾ ਦਿੱਤੀ ਗੂਣ ਉੱਤੇ। ਜਿੰਨਾ ਚਿਰ ਆਪਣੀ ਉਸ ਪਾਤ ਪੰਗਤ ਚੋਂ ਬਾਹਰ ਰਿਹਾ, ਨਿਡਰ ਹੋ ਕੇ ਫਿਰਦਾ ਰਿਹਾ ਸ਼ੇਰ ਬਣ ਕੇ। ਜਦੋਂ ਗਿਆ ਵੀ ਮੇਰਾ ਭਾਈਚਾਰਾ ਹੈ, ਕੁਲਾਲ ਮੇਰਾ ਸਵਾਮੀ ਹੈ, ਉਹਦੇ ਦਰ ਤੇ ਜਾ ਕੇ ਖਲੋ ਗਿਆ, ਅਗਲੇ ਨੇ ਖੱਲ ਖੁੱਲ ਲਾ ਕੇ ਪਰੇ ਸੁੱਟੀ ਤੇ ਉੱਤੇ ਗੂਣ ਲੱਦ ਦਿੱਤੀ। ਹਾਂਜੀ, ਤਿਸ ਤੇ ਸਤਿਗੁਰ ਲਏ ਨਿਕਾਸ। ਸਤਿਗੁਰੂ ਜੀ ਨੇ ਆ ਜਿਹੜੀਆਂ ਜਾਤਾਂ ਪਾਤਾਂ ਦਾ ਗਧਾਪਨ ਹੈ, ਜਾਂ ਜਿਹੜੇ ਉਹ ਘੁਮਿਆਰ ਦਾ ਮਤਲਬ ਇੱਥੇ ਇੱਕ ਪ੍ਰਮਾਣ ਹੈ ਕੁਲਾਲ, ਵੀ ਉਹ ਪਾਤ ਪੰਗਤ ਜਿਹੜੀ ਬਣਾ ਦਿੱਤੀ ਵੀ ਇਸ ਭਾਈਚਾਰੇ 'ਚ ਅਸੀਂ ਰਹਿੰਦੇ ਹਾਂ। ਉਹ ਸਾਰੇ ਭਾਈਚਾਰੇ ਜਾਂ ਬਰਾਦਰੀਵਾਦ ਦੇ ਉਸ ਘੁਮਿਆਰਪਣੇ ਤੋਂ ਮਹਾਰਾਜ ਕਲਗੀਧਰ ਜੀ ਕਹਿੰਦੇ ਮੈਂ ਆਪਣੇ ਸਿੱਖ ਨੂੰ ਬਾਹਰ ਕੱਢ ਲਿਆ, ਔਰ ਉਹਨੂੰ ਖੰਡੇ ਦੀ ਪੌਲ ਦੇ ਕੇ ਸ਼ੇਰਾਂ ਦਾ ਬਾਣਾ ਦੇ ਦਿੱਤਾ ਹੈ। ਖੰਡੇ ਦੀ ਪੌਲ ਦੇ ਕੇ ਜਿਹੜਾ ਸਾਨੂੰ ਇਹ ਬਾਣਾ ਦਿੱਤਾ ਨਾ ਸਤਿਗੁਰਾਂ ਨੇ, ਇਹ ਸ਼ੇਰ ਦਾ ਬਾਣਾ ਹੈ। ਮਹਾਰਾਜ ਜੀ ਕਹਿੰਦੇ ਮੈਂ ਇਹ ਸ਼ੇਰ ਦਾ ਬਾਣਾ ਦੇ ਦਿੱਤਾ, ਉਸ ਜਾਤ ਪਾਤ ਦੇ ਵਿੱਚੋਂ ਮੈਂ ਆਪਣੇ ਸਿੰਘਾਂ ਨੂੰ ਬਾਹਰ ਕੱਢ ਲਿਆ। ਬਖਸ਼ੇ ਸਕਲ ਪਦਾਰਥ ਪਾਸ। ਔਰ ਇਸ ਬਾਣੇ ਦੇ ਨਾਲ ਮੈਂ ਸਾਰੇ ਪਦਾਰਥ ਆਪਣੇ ਪੰਥ ਨੂੰ, ਆਪਣੇ ਸਿੰਘਾਂ ਨੂੰ ਬਖਸ਼ ਦਿੱਤੇ ਨੇ। ਸ੍ਰੀ ਅਸ ਤੁਝ ਕੋ ਦੇ ਕਰ ਬਾਣਾ। ਮੈਂ ਇਹ ਜਿਹੜਾ ਬਾਣਾ ਆਪਣੇ ਖਾਲਸੇ ਨੂੰ ਦਿੱਤਾ ਹੈ, ਅਕਾਲ ਪੁਰਖ ਦਾ ਬਾਣਾ, ਇਹ ਅਕਾਲੀ ਬਾਣਾ ਹੈ। ਜਿਹੜਾ ਬਾਣਾ ਦਸਤਾਰਾ ਦੁਮਾਲਾ ਸੀਸ ਤੇ ਸਜਿਆ ਹੋਇਆ, ਜਿਹੜੇ ਬਾਣੇ ਸ਼ਸਤਰਧਾਰੀ ਸਹਿਤ ਮਹਾਰਾਜ ਜੀ ਕਹਿੰਦੇ ਤੁਹਾਨੂੰ ਅਸੀਂ ਇਹ ਬਾਣਾ ਬਖਸ਼ਿਆ ਨਾ, ਇਹ ਸ੍ਰੀ ਅਸਤੁਜ ਪਰਮੇਸ਼ਰ ਦਾ ਬਖਸ਼ਿਆ ਬਾਣਾ ਹੈ। ਇਹ ਅਕਾਲ ਪੁਰਖ ਦਾ ਬਖਸ਼ਿਆ ਬਾਣਾ ਜਿਹੜਾ ਮੈਂ ਖਾਲਸੇ ਨੂੰ ਦਿੱਤਾ ਹੈ। ਸਭ ਤੇ ਉੱਚੇ ਕਰੇ ਸੁਤਾਣਾ। ਮੈਂ ਆਪਣੇ ਖਾਲਸੇ ਨੂੰ, ਸਿੰਘਾਂ ਨੂੰ ਸਭ ਤੋਂ ਉੱਚਿਆ ਕਰ ਦਿੱਤਾ ਹੈ। ਦੁਨੀਆ ਦੀਆਂ ਜਿੰਨੀਆਂ ਜਾਤਾਂ ਬਰਾਦਰੀਆਂ ਨੇ ਉਹਨਾਂ ਸਭ ਤੋਂ ਉੱਚਾ ਆਪਣੇ ਖਾਲਸੇ ਨੂੰ ਕਰ ਦਿੱਤਾ ਹੈ। ਸਭ ਤੋਂ ਸ੍ਰੇਸ਼ਟ, ਸਭ ਤੋਂ ਸਰਵੋਤਮ ਮੈਂ ਆਪਣੇ ਖਾਲਸੇ ਨੂੰ ਕਰ ਦਿੱਤਾ ਹੈ। ਹਲਤ ਵਿਖੇ ਸ਼ੁਭ ਭੋਗ ਵਿਸਾਲੇ। ਜਿਹੜੇ ਇਸ ਬਾਣੇ ਨਾਲ ਜੁੜ ਕੇ ਰਹਿਣਗੇ, ਬਾਣੀ ਨਾਲ ਜੁੜ ਕੇ ਰਹਿਣਗੇ, ਉਹ ਇਸ ਲੋਕ ਦੇ ਵਿੱਚ ਸੁਖੀ ਰਹਿਣਗੇ। ਉਹਨਾਂ ਦਾ ਇਹ ਲੋਕ ਸੁਖੀਆ ਹੋਵੇਗਾ। ਪਲਤ ਵਿਖੇ ਮੈਂ ਕਰੋ ਸੰਭਾਲੇ। ਔਰ ਅੱਗੇ ਪਰਲੋਕ ਦੇ ਵਿੱਚ ਵੀ ਮੈਂ ਉਹਨਾਂ ਦੀ ਸੰਭਾਲ ਕਰਾਂਗਾ, ਪਰਲੋਕ ਦੇ ਵਿੱਚ ਵੀ ਮੈਂ ਉਹਨਾਂ ਨੂੰ ਰੱਖਾਂਗਾ। ਉੱਤਮ ਪਦ ਮੈਂ ਤਬ ਪਹੁੰਚਾਉ। ਔਰ ਉੱਤਮ ਪਦਵੀ, ਸ੍ਰੇਸ਼ਟ ਪਦਵੀ ਜਿਹੜੀ ਹੈ ਉਹ ਮੈਂ ਆਪਣੇ ਖਾਲਸੇ ਨੂੰ ਬਖਸ਼ਾਂਗਾ। ਜਮ ਬਸ ਪਰ ਬੇਤੇ ਛੁਟਕਾਉ। ਜੰਮਾਂ ਦੇ ਵਸ ਪੈਣ ਤੋਂ ਮੈਂ ਆਪਣੇ ਖਾਲਸੇ ਨੂੰ ਛੁਡਾ ਲਵਾਂਗਾ। ਮੇਰਾ ਖਾਲਸਾ ਘੁਮਿਆਰ ਰੂਪੀ ਜੰਮਾਂ ਦੇ ਵਸ ਨਹੀਂ ਪਵੇਗਾ, ਮੈਂ ਆਪਣੇ ਖਾਲਸੇ ਨੂੰ ਸੁਤੰਤਰ ਰੱਖਾਂਗਾ। ਜਿਮ ਰਾਸ਼ਬ ਤਰ ਕੇ ਹਰਬਾਨਾ। ਪਰ ਕਹਿੰਦੇ ਦ੍ਰਿਸ਼ਟਾਂਤ ਤੁਹਾਨੂੰ ਵਿਖਾਇਆ ਵੀ ਗਧੇ ਨੇ ਸ਼ੇਰ ਦਾ ਬਾਣਾ ਸਰੀਰ ਤੇ ਧਾਰਨ ਕੀਤਾ। ਬਿਨ ਡਰ ਕਰਿਓ ਖੇਤ ਗਨ ਖਾਨਾ। ਬਾਣਾ ਜਿੰਨਾ ਚਿਰ ਉਹਦੇ ਤਨ ਤੇ ਰਿਹਾ, ਬਿਨਾਂ ਡਰ ਤੋਂ ਨਿਡਰ ਹੋ ਕੇ ਖੇਤਾਂ ਵਿੱਚ ਚਰਦਾ ਰਿਹਾ, ਕਿਸੇ ਉਹਨੂੰ ਰੋਕਿਆ ਟੋਕਿਆ ਨਹੀਂ। ਪੁਨ ਕਲਾਲ ਕੇ ਪ੍ਰਭ ਸ਼ਿਓ ਜਾਈ। ਪਰ ਉਹਨੂੰ ਆਪਣਾ ਭਾਈਚਾਰਾ ਚੇਤੇ ਆ ਗਿਆ ਜਿੱਥੋਂ ਆਇਆ ਸੀ। ਜਦੋਂ ਮੁੜ ਕੇ ਉਸ ਕਲਾਲ ਦੇ ਕੋਲ ਗਿਆ, ਨਾਦ ਗੂਣ ਕੋ ਲਸ਼ਟ ਲਗਾਈ। ਉਹਨੇ ਲਾ ਕੇ ਬਾਣਾ ਇਹਦੇ ਤਨ ਤੋਂ ਸੋਟੀ ਮਾਰ ਕੇ ਇਹਦੇ ਉੱਤੇ ਗੂਣ ਲੱਦ ਦਿੱਤੀ। ਤਿਸੋਏ ਸਿੰਘ ਜਾਤ ਮੈਂ ਪਰੈ। ਕਹਿੰਦੇ ਜਿਹੜਾ ਸਿੰਘ ਹੋ ਕੇ ਆਪਣੀ ਜਾਤ ਪਾਤ ਦੇ ਉਲਝੇਵੇਂ ਵਿੱਚ ਉਲਝ ਜਾਏ, ਜਾਤੀਵਾਦ ਦੇ ਤੌਰ ਤੇ ਆਪਣੇ ਆਪ ਨੂੰ ਪੰਥ ਨਾਲੋਂ ਅੱਡਰਾ ਕਰ ਲਵੇ। ਸਮੁੱਚਾ ਪੰਥ ਇੱਕ ਰੂਪ ਹੈ, ਛਤਰੀ ਬੰਸ, ਤੇ ਜੇ ਕੋਈ ਜਾਤੀਵਾਦ ਨੂੰ ਮੂਹਰੇ ਰੱਖ ਕੇ ਬਾਣਾ ਕਲਗੀਧਰ ਦਾ ਪਾਇਆ ਹੋਵੇ, ਪੰਜ ਕਕਾਰ ਕਲਗੀਧਰ ਦੇ ਧਾਰਨ ਕੀਤੇ ਹੋਣ, ਖੰਡੇ ਦੀ ਪੌਲ ਛਕੀ ਹੋਵੇ, ਸ਼ੇਰ ਵਾਲਾ ਬਾਣਾ ਪਾਇਆ ਹੋਵੇ, ਤੇ ਆਪਣੇ ਆਪ ਨੂੰ ਗੁਰੂ ਖਾਲਸੇ ਪੰਥ ਨਾਲੋਂ
ਜਾਤੀਵਾਦ ਦੇ ਨਾਂ ਦੇ ਉੱਤੇ ਵੰਡ ਪਾ ਕੇ ਵੱਖਰਾ ਕਰ ਲਵੇ, ਸਾਡੀ ਤਾਂ ਫਲਾਣੀ ਜਾਤੀ ਹੈ, ਜਿਵੇਂ ਅੱਜ ਕੱਲ ਕਰ ਲਿਆ ਜਾਂਦਾ ਹੈ। ਅਸੀਂ ਸਾਡੀ ਬਰਾਦਰੀ ਦਾ ਗੁਰਦੁਆਰਾ ਵੱਖਰਾ ਹੈ, ਸਾਡੀ ਦਾ ਵੱਖਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰੇ ਨੇ ਸਾਰੇ ਭਾਈ, ਉੱਥੇ ਬਰਾਦਰੀ ਦੇ ਨਾਂ ਤੇ ਜਾਤੀ ਦੇ ਨਾਂ ਤੇ ਜਦੋਂ ਗੁਰਦੁਆਰਿਆਂ ਦੀ ਵੰਡ ਪਾ ਲੈਂਦੇ ਆ ਲੋਕ, ਪਿੰਡਾਂ 'ਚ ਸ਼ਮਸ਼ਾਨ ਭੂਮੀਆਂ ਤੱਕ ਜਿੱਥੇ ਜਾ ਕੇ ਸਾਰੀਆਂ ਜਾਤਾਂ ਪਾਤਾਂ ਖਤਮ ਹੋ ਜਾਂਦੀਆਂ ਨੇ, ਉੱਥੇ ਵੀ ਲੋਕ ਜਾ ਕਰਕੇ ਸ਼ਮਸ਼ਾਨ ਭੂਮੀਆਂ ਤੱਕ ਵੀ ਪਿੰਡਾਂ 'ਚ ਵੱਖੋ ਵੱਖਰੀਆਂ ਬਣਾਈਆਂ ਹੋਈਆਂ ਨੇ। ਇਹ ਫਲਾਣੀ ਬਰਾਦਰੀ ਦੀ ਮੜੀਆਂ ਨੇ, ਫਲਾਣੀ ਦੀਆਂ ਨੇ। ਗੁਰਦੁਆਰੇ ਜਾਤੀ ਦੇ ਆਧਾਰ ਦੇ ਉੱਤੇ ਲੋਕਾਂ ਨੇ ਬਣਾਏ ਹੋਏ ਨੇ। ਮਹਾਰਾਜ ਜੀ ਕਹਿੰਦੇ ਮੈਂ ਖਾਲਸੇ ਨੂੰ ਜਿਹੜਾ ਬਾਣਾ ਦਿੱਤਾ ਨਾ, ਇਹ ਸ਼ੇਰ ਦਾ ਹੈ, ਤੇ ਸ਼ੇਰ ਦੇ ਇਸ ਬਾਣੇ ਨੂੰ ਸਰੀਰ ਤੇ ਧਾਰਨ ਕਰਕੇ, ਪੰਜਾਂ ਕੱਕਿਆਂ ਨੂੰ ਧਾਰਨ ਕਰਕੇ, ਖੰਡੇ ਦੀ ਪੌਲ ਨੂੰ ਛੱਕ ਕੇ, ਜਿਵੇਂ ਉਹ ਗਧਾ ਆਪਣੀ ਬਰਾਦਰੀ ਦੇ ਕੋਲ ਚਲਾ ਗਿਆ ਨਾ, ਉਹਦੀ ਬਰਾਦਰੀ ਘੁਮਿਆਰ ਦੇ ਨਾਲ ਉਹਦਾ ਰਹਿਣਾ ਸਹਿਣਾ ਸੀ, ਉੱਥੇ ਜਦੋਂ ਗਿਆ ਉਹਨੇ ਉਸੇ ਵੇਲੇ ਲਾਹ ਕੇ ਬਾਣਾ ਪਰੇ ਮਾਰਿਆ। ਲੱਦਲੀ ਗੋਣ ਜਿੰਨਾ ਚਿਰ ਵੱਖਰਾ ਰਿਹਾ, ਨਿਰਾਲਾ ਜਾਤ ਪਾਤ ਦੇ ਉਲਝੇਵੇਂ ਤੋਂ ਸ਼ੇਰ ਬਣ ਕੇ ਫਿਰਦਾ ਰਿਹਾ, ਕਿਸੇ ਨੇ ਉਹਦੀ ਵਾਹ ਵੱਲ ਨਹੀਂ ਵੇਖਿਆ। ਵੇਖਦਿਆਂ ਲੋਕ ਭੈ ਭੀਤ ਹੋ ਜਾਂਦੇ ਸਨ। ਏਦਾਂ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਸਿੰਘ ਨੂੰ ਜਿਹੜਾ ਬਾਣਾ ਦਿੱਤਾ, ਜਿਹੜਾ ਸਿੰਘ ਹੋ ਕੇ ਜਾਤ ਦੇ ਉਲਝੇਵੇਂ ਵਿੱਚ ਉਲਝ ਜਾਏ, ਜਾਤੀਵਾਦ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਪੰਥ ਨਾਲੋਂ ਵੱਖਰਾ ਕਰ ਲਵੇ, ਵੰਡੀ ਪਾ ਦੇਵੇ ਜਾਤੀਵਾਦ ਦੇ ਨਾਂ ਉੱਤੇ, ਤਜੇ ਸ਼ਸਤਰ ਪੈ ਕੋਈ ਨਾ ਤਰੈ। ਔਰ ਜਾਤੀਵਾਦ ਦੇ ਉਲਝੇਵੇਂ ਵਿੱਚ ਉਲਝ ਕੇ, ਜੇ ਅਸੀਂ ਤਾਂ ਬ੍ਰਾਹਮਣ ਹੁੰਨੇ ਆ ਜੀ, ਅਸੀਂ ਤਾਂ ਫਲਾਣੀ ਬਰਾਦਰੀ ਦੇ ਹੁੰਨੇ ਆ ਜੀ, ਸਾਡੀ ਬਰਾਦਰੀ ਦੇ ਵਿੱਚ ਆਹ ਮਰਿਆਦਾ ਨਹੀਂ ਚੱਲਦੀ ਜਿਹੜੀ ਖਾਲਸੇ ਦੀ ਹੈ। ਉਹ ਸ਼ਸਤਰ ਤਿਆਗ ਦੇਵੇ, ਬਾਣਾ ਤਿਆਗ ਦੇਵੇ। ਸੁਭਾਵਕ ਹੈ, ਫਿਰ ਜਿਹੋ ਜਿਹਾ ਨਾਲ ਬੈਠੇਗਾ ਉਹੋ ਜਿਹਾ ਹੀ ਹੋਵੇਗਾ ਨਾ। ਖੋਟੇ ਪੁਰਸ਼ਾਂ ਦੇ ਸੰਗ 'ਚ ਬਹਿ ਕੇ ਉਦਾਂ ਦਾ ਹੀ ਹੋਵੇਗਾ। ਮਹਾਰਾਜ ਕਹਿੰਦੇ ਜਦੋਂ ਫਿਰ ਇਹ ਸ਼ਸਤਰ ਛੱਡ ਦੇਗਾ, ਫਿਰ ਇਹਦਾ ਕਿਸੇ ਨੇ ਭੈ ਨਹੀਂ ਮੰਨਣਾ। ਕਿਉਂਕਿ ਜਦੋਂ ਬਰਾਦਰੀਵਾਦ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਵੰਡ ਲਿਆ, ਪੰਥ ਨਾਲੋਂ ਵੱਖਰਾ ਕਰ ਲਿਆ, ਤੇ ਫਿਰ ਇਹ ਕੱਲਾ ਜਿਹਾ ਹੋ ਜਾਏਗਾ, ਪੰਥ ਤੋਂ ਵੱਖਰਾ ਹੋਇਆ, ਫਿਰ ਕਿਹੜਾ ਇਹਨੇ ਭੈ ਮੰਨਣਾ। ਸ਼ਸਤਰ ਇਹ ਤਿਆਗ ਦੇਗਾ। ਹਲਤ ਕਾਰ ਕੋ ਕਰਤ ਗਵਾਵੇ। ਕਹਿੰਦੇ ਇਹੋ ਜੀ ਕਰਤੂਤ ਕਰਕੇ ਇਹੋ ਜਿਹੇ ਜਿਹੜੇ ਲੋਕ ਨੇ ਉਹ ਆਪਣਾ ਪਰਲੋਕ ਗਵਾ ਲੈਂਦੇ ਹਨ। ਪਲਤ ਸਹਾਇਕ ਕੋਈ ਨਾ ਪਾਵੇ। ਕਹਿੰਦੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਦੀ ਕੋਈ ਬਾਹ ਨਹੀਂ ਫੜੇਗਾ। ਜਿਹੜੇ ਇਦਾਂ ਦੇ ਲੋਕ ਨੇ, ਜਿਹੜੇ ਪਹਿਲਾਂ ਬਾਣਾ ਧਾਰਨ ਕਰਕੇ, ਖੰਡੇ ਦੀ ਪੌਲ ਛੱਕ ਕੇ, ਫਿਰ ਉਸ ਪੌਲ ਦਾ ਤਿਆਗ ਕਰਕੇ ਹੋ ਜਾਂਦੇ ਆ ਨਾ ਬੇਮੁਖ। ਫਿਰ ਪੁੱਛੋ ਜੀ ਸਾਡਾ ਅੰਮ੍ਰਿਤ ਟੁੱਟ ਗਿਆ ਜੀ, ਸਾਡੇ ਕੋਲ ਰੱਖਿਆ ਨਹੀਂ ਗਿਆ। ਕਿਉਂ ਟੁੱਟ ਗਿਆ ਜੀ? ਜੇ ਸਾਡੇ ਰਿਸ਼ਤੇਦਾਰ ਸੰਬੰਧੀ ਖਾਂਦੇ ਪੀਂਦੇ ਨੇ, ਉਹਨਾਂ ਨਾਲ ਬਹਿਣਾ ਉੱਠਣਾ ਹੁੰਦਾ ਹੈ, ਤੇ ਰਿਹਾ ਨਹੀਂ ਸਾਡੇ ਕੋਲ। ਰਿਸ਼ਤੇਦਾਰ ਹੀ ਰੁੱਸੇ ਹੋਏ ਸੀ ਜੀ ਸਾਰੇ। ਇਦਾਂ ਦੇ ਜਿਹੜੇ ਲੋਕ ਨੇ ਉਹ ਗਧੇ ਬਣ ਗਏ ਨਾ, ਜਾ ਕੇ ਮੁੜ ਕੇ ਫਿਰ ਉਹਨਾਂ ਵਿੱਚ ਰਲ ਕੇ ਬਾਣਾ ਛੱਡ ਦਿੱਤਾ, ਕਿਰਪਾਨ ਲਾ ਕੇ ਕਿੱਲੀ ਤੇ ਟੰਗ ਦਿੱਤੀ, ਵੀ 40 ਦਿਨ ਹੀ ਰੱਖ ਹੋਇਆ ਜੀ ਸਾਡੇ ਕੋਲ। ਇਦਾਂ ਦੇ ਵੀ ਬੜੇ ਲੋਕ ਨੇ। 40 ਦਿਨ ਹੀ ਅਸੀਂ ਰੱਖ ਸਕੇ ਆ ਜੀ, ਸਾਡੇ ਕੋਲੋਂ ਨਹੀਂ ਰੱਖਿਆ ਗਿਆ ਜੀ ਅੰਮ੍ਰਿਤ, ਸਾਡੇ ਕੋਲੋਂ ਨਹੀਂ ਜੀ ਰਹਿਤ ਰੱਖੀ ਗਈ। ਮਹਾਰਾਜ ਜੀ ਕਹਿੰਦੇ ਜਿਹੜੇ ਇਦਾਂ ਦੇ ਲੋਕ ਨੇ, ਬਾਣੇ ਦਾ ਤਿਆਗ ਕਰ ਦਿੰਦੇ ਨਾ, ਆਪਣੇ ਭਾਈਚਾਰੇ ਪਿੱਛੇ ਲੱਗ ਕੇ, ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਗੁਰੂ ਦਾ ਬਾਣਾ ਤਿਆਗ ਦਿੰਦੇ ਐ। ਮਹਾਰਾਜ ਜੀ ਕਹਿੰਦੇ ਇਹੋ ਜਿਹੇ ਲੋਕ ਨਾ ਇਸ ਸੰਸਾਰ ਦੇ ਵਿੱਚ ਉਹ ਲੋਕ ਵੀ ਵਿਗਾੜ ਲੈਂਦੇ ਨੇ, ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਦੀ ਕੋਈ ਬਾਹ ਨਹੀਂ ਫੜਦਾ। ਸ਼ੇਰ ਦੀ ਖੱਲ ਪਾਈ ਸੀ ਉਹਨਾਂ ਤੇ, ਬਾਣਾ ਧਾਰਨ ਕਰਵਾਇਆ ਸੀ, ਪਰ ਛੱਡ ਕੇ ਉਸ ਬਾਣੇ ਨੂੰ ਫਿਰ ਉਹ ਗਧਿਆਂ ਨਾਲ ਜਾ ਰਲੇ। ਹੁਣ ਗਧੇ ਦਾ ਭੈ ਕਿਹਨੇ ਮੰਨਣਾ ਨੂੰ? ਗਧੇ ਨੂੰ ਜਿਹੜਾ ਮਰਜ਼ੀ ਢੋਈ ਫਿਰੇ। ਲੱਦ ਕੇ ਗੂਣ ਉੱਤੇ ਮਿੱਟੀ ਦੀ ਪੰਡ ਘੁਮਿਆਰ ਨੇ ਸੋਟੀ ਮਾਰ ਕੇ ਟੋਰ ਲਿਆ। ਜਿੰਨਾ ਚਿਰ ਬਾਣੇ ਨਾਲ ਸੀ ਉਹਨਾਂ ਚਿਰ ਉਹਦੀ ਵਾਹ ਵੱਲ ਨਹੀਂ ਸੀ ਕੋਈ ਵੇਖਦਾ। ਇਸ ਕਰਕੇ ਗੁਰਸਿੱਖੋ ਇੱਥੇ ਮਹਾਰਾਜ ਜੀ ਸੰਕੇਤ ਦੇ ਰਹੇ ਨੇ ਕਿ ਜਿਸ ਨੇ ਇੱਕ ਵਾਰੀ ਖੰਡੇ ਦੀ ਪੌਲ ਛਕ ਲਈ, ਉਹ ਖੰਡੇ ਦੀ ਪੌਲ ਛਕ ਕੇ ਗੁਰੂ ਅੱਗੇ ਬੇਨਤੀ ਕਰੇ, ਮਹਾਰਾਜ ਮੇਰੀ ਇਹ ਸਿੱਖੀ ਅੰਤਲੇ ਕੇਸਾਂ ਸਵਾਸਾਂ ਦੇ ਸਹਿਤ ਨਿਭਾਵੇ। ਐਸਾ ਨਾ ਹੋਵੇ ਕਿ ਮੈਨੂੰ ਇਹੋ ਜਿਹਾ ਸੰਗ ਮਿਲੇ, ਇਹੋ ਜਿਹੇ ਭਾਈਚਾਰੇ ਦਾ ਸੰਗ ਪ੍ਰਾਪਤ ਹੋਵੇ ਜਿਨ੍ਹਾਂ ਨਾਲ ਮਿਲ ਕੇ ਮੈਂ ਤੁਹਾਡੀ ਸਿੱਖੀ ਨੂੰ ਤਿਆਗ ਦਿਆਂ। ਇਹੋ ਜਿਹੇ ਜਿਹੜੇ ਕੱਚੇ ਪਿੱਲੇ ਹੁੰਦੇ ਆ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਰਾਸ਼ਬ ਜਾ ਬਣਦੇ ਨੇ, ਗਧਿਆਂ ਵਿੱਚ ਜਾ ਰਲਦੇ ਨੇ।
ਉਹਨਾਂ ਦਾ ਲੋਕ ਪਰਲੋਕ ਦੋਵੇਂ ਹੀ ਵਿਗੜ ਜਾਂਦੇ ਨੇ। ਸਿੱਖ ਉਹ ਹੈ ਜਿਹੜਾ ਪਰਪੱਕਤਾ ਦੇ ਸਹਿਤ ਗੁਰੂ ਕੀ ਸਿੱਖੀ ਦਾ ਧਾਰਨੀ ਹੁੰਦਾ ਹੈ। ਅੱਜ ਕੱਲ੍ਹ ਅਕਸਰ ਕਈਆਂ ਨੂੰ ਸੁਣ ਲਈਦਾ ਹੈ, ਕਹਿੰਦੇ ਜੀ ਸਾਡੇ ਸਿੱਖਾਂ ਦੀ ਸਾਰ ਨਹੀਂ ਲੈਂਦੇ ਜੀ। ਵੇਖੋ ਆ ਦੂਜੇ ਮਤਾਂ ਵਾਲੇ ਨੇ ਸਾਨੂੰ ਆ ਕੇ ਪੁੱਛਦੇ ਗਿੱਛਦੇ ਐ, ਅਸੀਂ ਤਾਂ ਇਹਦੇ ਨਾਲੋਂ ਚੰਗਾ ਹੈ ਸਿੱਖੀ ਛੱਡ ਕੇ ਅਸੀਂ ਉਹ ਧਾਰਨ ਕਰ ਲਾਂਗੇ ਜਿਹਨੇ ਤਾਂ ਸਾਡੀ ਕੋਈ ਇਦਾਂ ਦੀਆਂ ਧਮਕੀਆਂ ਦਿੰਦੇ ਆ ਕਈ। ਗੁਰੂ ਖਾਲਸਾ ਜੀ ਜਿਹਨੇ ਕਹਿ ਦਿੱਤਾ ਨਾ ਇੰਨਾ ਕਿ ਅਸੀਂ ਸਿੱਖੀ ਛੱਡ ਕੇ ਚਲੇ ਜਾਂਦੇ ਆ ਫਲਾਣੇ ਮਤ ਵਿੱਚ, ਫਲਾਣੇ ਮਜ਼ਹਬ ਦੇ ਵਿੱਚ, ਉਹ ਸਮਝ ਲਓ ਚਲਾ ਗਿਆ ਹੈ। ਕੱਚਾ ਬਚਨ ਤਾਂ ਕਰ ਦਿੱਤਾ, ਇੱਥੇ ਤਾਂ ਬੰਦ ਕੱਟਿਆ ਜਾ ਰਿਹਾ ਸੀ, ਸਿੰਘਾਂ ਦਾ ਖੋਪਰ ਲਾਇਆ ਜਾ ਰਿਹਾ ਸੀ। ਫਿਰ ਵੀ ਉਹਨਾਂ ਆਖਿਆ ਅਸੀਂ ਆਪਣੀ ਸਿੱਖੀ ਤੋਂ, ਸਤਿਗੁਰੂ ਕਲਗੀਧਰ ਦੀ ਸਿੱਖੀ ਤੋਂ ਇਹੋ ਜਿਹੇ ਕਰੋੜਾਂ ਸਰੀਰ ਕੁਰਬਾਨ ਕਰਕੇ ਖਤਮ ਕਰ ਦਈਏ। ਸਿੱਖ ਨੂੰ ਸਿੱਖ ਦੀ ਬਾਹ ਫੜਨੀ ਚਾਹੀਦੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਜੇ ਕਿਸੇ ਸਿੱਖ ਨੂੰ ਕੋਈ ਤਕਲੀਫ ਹੈ ਤਾਂ ਉਹ ਇਹਨਾਂ ਸਿੱਖਾਂ ਅੱਗੇ ਸਿਨਮਰ ਬੇਨਤੀ ਕਰ ਸਕਦਾ, ਭਾਈ ਸਾਡੇ ਵੱਲ ਧਿਆਨ ਕਰੋ, ਤੁਸੀਂ ਬਾਹਰ ਦੇ ਲੋਕਾਂ ਵਾਸਤੇ ਲੰਗਰ ਲਾਉਂਦੇ ਹੋ, ਸਾਡੇ ਵਾਸਤੇ ਵੀ ਪ੍ਰਬੰਧ ਕਰੋ। ਪਰ ਆਹ ਧਮਕੀਆਂ ਦੇਣੀਆਂ, ਇਹ ਕਹਿਣਾ ਕਿ ਜੀ ਅਸੀਂ ਜੇ ਤੁਸੀਂ ਨਾ ਸਾਡੀ ਬਾਹ ਫੜੀ ਤੇ ਅਸੀਂ ਸਿੱਖ ਧਰਮ ਛੱਡ ਕੇ ਹੋਰ ਮਤ ਵਾਲੇ ਪਾਸੇ ਚਲੇ ਜਾਣਾ, ਇਹ ਸਿੱਖੀ ਦੀ ਨਿਸ਼ਾਨੀ ਨਹੀਂ ਹੈ। ਸਿੱਖ ਨੂੰ ਸਿੱਖ ਦਾ ਹਮਾਇਤੀ ਹੋਣਾ ਚਾਹੀਦਾ, ਸਿੱਖ ਨੂੰ ਸਿੱਖ ਦਾ ਮਦਦਗਾਰ ਹੋਣਾ ਚਾਹੀਦਾ। ਪਰ ਐਸਾ ਨਹੀਂ ਕਿ ਧਮਕੀ ਦੇ ਕੇ ਆਖੇ ਕਿ ਅਸੀਂ ਤਾਂ ਇਦਾਂ ਕਰਾਂਗੇ ਜੀ, ਇਹ ਸਿੱਖੀ ਨਹੀਂ ਹੈ। ਮਾੜੀ ਜੀ ਕੋਈ ਗੱਲ ਹੁੰਦੀ ਹੈ, ਕੁਝ ਕੁ ਬੰਦੇ ਇਕੱਠੇ ਹੋ ਕੇ ਜੀ ਆਹ ਵੇਖੋ ਅਸੀਂ ਕਕਾਰ ਦੇਣ ਆਏ ਆਪਣੇ, ਅਸੀਂ ਤੁਹਾਡੀ ਸਿੱਖੀ ਛੱਡੀ। ਜਿਹਨਾਂ ਇਹ ਕਹਿ ਦਿੱਤਾ ਛੱਡੀ, ਉਹ ਛੱਡ ਹੀ ਗਏ, ਪਿੱਛੇ ਕੀ ਰਹਿ ਗਿਆ ਉਹਨਾਂ ਦੇ ਪੱਲੇ। ਤਿਆਰ ਬਰ ਤਿਆਰ ਨਿਸ਼ਚਾ ਗੁਰਸਿੱਖ ਦੇ ਹਿਰਦੇ 'ਚ ਪਰਪੱਕ ਨਿਸ਼ਚਾ ਹੋਣਾ ਚਾਹੀਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਇਦਾਂ ਦੇ ਹੁੰਦੇ ਐ, ਜਿਹੜੇ ਆਪਣੇ ਭਾਈਚਾਰੇ ਦੇ ਪਿੱਛੇ ਜਾਂ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਖੰਡੇ ਦੀ ਪੌਲ ਦਾ ਤਿਆਗ ਕਰ ਦਿੰਦੇ ਆ ਜੀ। ਸਾਡਾ ਉੱਠਣਾ ਬਹਿਣਾ ਇਹੋ ਜਿਹੇ ਲੋਕਾਂ ਨਾਲ ਹੈ, ਸਾਡਾ ਭਾਈਚਾਰਾ, ਸਾਡੀ ਸੁਸਾਇਟੀ ਇਹੋ ਜਿਹੀ ਹੈ। ਲਾਹਨਤ ਹੈ ਇਹੋ ਜਿਹੀ ਸੁਸਾਇਟੀ ਦੇ ਉੱਤੇ ਜਿਸ ਪਿੱਛੇ ਲੱਗ ਕੇ ਤੈਨੂੰ ਗੁਰੂ ਦੇ ਅੰਮ੍ਰਿਤ ਨੂੰ ਤਿਲਾਂਜਲੀ ਦੇਣੀ ਪਵੇ। ਜਿਨ੍ਹਾਂ ਨੂੰ ਮਨਾਉਣ ਖਾਤਰ ਤੂੰ ਗੁਰੂ ਨੂੰ ਰਸਾਉਣ ਲਈ ਤਿਆਰ ਹੋ ਜਾਣਾ, ਇੱਥੇ ਤਾਂ ਉਹ ਸਿੱਖ ਨੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜੇ। ਇਦਾਂ ਦੇ ਸਿੱਖ ਵੀ ਆਣ, ਨਮਸਕਾਰ ਹੈ ਉਹਨਾਂ ਦੇ ਚਰਨਾਂ 'ਚ। ਪਰ ਜਿਹੜੇ ਰਾਸ਼ ਵਜਾ ਬਣੇ, ਗਧਿਆਂ ਨਾਲ ਜਾ ਰਲੇ, ਮਹਾਰਾਜ ਜੀ ਕਹਿੰਦੇ ਮੈਂ ਤਾਂ ਬਾਣਾ ਦਿੱਤਾ ਸੀ ਸ਼ੇਰਾਂ ਵਾਲਾ ਉਹਨਾਂ ਨੂੰ, ਪਰ ਉਹਨਾਂ ਨੂੰ ਉਹ ਆਪਣੀ ਗਰਤ ਬਿਰਤੀ ਯਾਦ ਆ ਗਈ। ਚੋਆ ਚੰਦਨ ਪਰ ਹਰਾ ਖਰਖੇ ਪਲਟਾ ਹੈ। ਗਧੇ ਦੇ ਉੱਤੇ, ਸਰੀਰ ਦੇ ਉੱਤੇ ਕਹਿੰਦੇ ਚੰਗੀ ਉਹ ਸੋਹਣਾ ਚੰਦਨ ਵਗੈਰਾ ਲਾ ਕੇ ਰੱਖਿਆ ਉਹਨੇ, ਫਿਰ ਜਾ ਕੇ ਰੂੜੀ ਤੇ ਪਲਸੇਟੇ ਮਾਰੇ। ਗਧੇ ਦੇ ਉੱਤੇ ਬਗੰਬਰ ਪਾ ਦਿੱਤੀ ਕਿਸੇ ਨੇ, ਕਹਿੰਦੇ ਫਿਰ ਜਾ ਕੇ ਉਸੇ ਤਰ੍ਹਾਂ ਰੂੜੀ ਵਿੱਚ ਪਲਸੇਟੇ ਮਾਰਨੇ ਸ਼ੁਰੂ ਕਰ ਦਿੱਤੇ। ਮਹਾਰਾਜ ਕਹਿੰਦੇ ਸਿੰਘੋ ਮੈਂ ਤੁਹਾਨੂੰ ਨਿਰਾਲਾ ਬਣਾਇਆ ਹੈ, ਮੇਰਾ ਖਾਲਸਾ ਸਾਰੇ ਸੰਸਾਰ ਨਾਲੋਂ ਨਿਰਾਲਾ ਹੈ, ਇਹ ਤੀਸਰਾ ਪੰਥ ਹੈ। ਮੈਂ ਤੁਹਾਨੂੰ ਇਹ ਦ੍ਰਿਸ਼ਟਾਂਤ ਕਰਕੇ ਵਿਖਾਇਆ, ਜੇ ਸ਼ਸਤਰਧਾਰੀ ਹੋ ਕੇ ਰਹੋਗੇ, ਤਿਆਰ ਬਰ ਤਿਆਰ ਰਹੋਗੇ, ਤੇ ਉਸ ਵਕਤ ਤੁਹਾਡਾ ਭੈ ਵੀ ਹੋਵੇਗਾ ਦੁਸ਼ਮਣ ਨੂੰ। ਸੱਜਣ ਨੂੰ ਆਸ ਹੋਵੇਗੀ ਤੇ ਦੁਸ਼ਮਣ ਨੂੰ ਭੈ ਹੋਵੇਗਾ। ਪਰ ਜਦੋਂ ਢਿੱਲ ਮੱਠ ਕਰਕੇ ਸ਼ਸਤਰਾਂ ਦੇ ਪ੍ਰਤਿਆਗੀ ਹੋਵੋਗੇ, ਬਾਣੇ ਦੇ ਪ੍ਰਤਿਆਗੀ ਹੋਵੋਗੇ, ਤੇ ਫਿਰ ਕਿਸੇ ਨੇ ਤੁਹਾਡਾ ਭੈ ਨਹੀਂ ਮੰਨਣਾ, ਜਿਵੇਂ ਗਧੇ ਦਾ ਕਿਸੇ ਨੇ ਭੈ ਨਹੀਂ ਮੰਨਿਆ। ਖਾਲਸਾ ਸ਼ਸਤਰਧਾਰੀ ਹੈ, ਅਸੀਂ ਭੈ ਦਿੰਦੇ ਨਹੀਂ ਹਾਂ ਕਿਸੇ ਨੂੰ। ਸ਼ੇਰ ਕਿਸੇ ਨੂੰ ਡਰਾਉਂਦਾ ਨਹੀਂ ਹੈ, ਉਹਦਾ ਸੁਭਾਅ ਹੀ ਐਸਾ ਕਿ ਉਸ ਨੂੰ ਵੇਖ ਕੇ ਆਪਣੇ ਆਪ ਹੀ ਬਾਕੀ ਜਿੰਨੇ ਪਸ਼ੂ ਪੰਛੀ ਨੇ ਭੈ ਭੀਤ ਹੁੰਦੇ ਹਨ। ਉਹ ਡਰਾਉਂਦਾ ਤਾਂ ਨਹੀਂ ਕਿਸੇ ਨੂੰ, ਤੇ ਨਾ ਹੀ ਉਹ ਡਰ ਮੰਨਦਾ, ਸੁਪਨੇ ਵਿੱਚ ਵੀ ਤਰਾਸ ਨਹੀਂ ਮੰਨਦਾ। ਤੋ ਇਸ ਪ੍ਰਕਾਰ ਨਾਲ ਮਹਾਰਾਜ ਜੀ ਕਹਿੰਦੇ ਤੁਹਾਨੂੰ ਇਹ ਦ੍ਰਿਸ਼ਟਾਂਤ ਵਿਖਾਇਆ, ਜਿਹੜਾ ਗੁਰੂ ਕੇ ਬਾਣੇ ਦਾ ਤਿਆਗੀ ਹੋ ਕੇ ਆਪਣੇ ਖੋਟੇ ਸੰਗੀਆਂ ਦੇ ਸੰਗ ਵਿੱਚ ਚਲਿਆ ਜਾਂਦਾ, ਉਹਨਾਂ ਦਾ ਲੋਕ ਪਰਲੋਕ ਦੋਵੇਂ ਵਿਗੜ ਜਾਂਦੇ ਹਨ। ਤਜੇ ਸ਼ਸਤਰ ਭੈ ਕਰੇ ਨਾ ਕੋਈ, ਉਹ ਸ਼ਸਤਰ ਛੱਡ ਦਿੰਦੇ ਨੇ, ਉਹਨਾਂ ਦਾ ਫਿਰ ਕੋਈ ਭੈ ਨਹੀਂ ਮੰਨਦਾ। ਭਇਓ ਗਧੇ ਕਿਉ ਗਧੈ ਸੋਈ, ਕਹਿੰਦੇ ਫਿਰ ਉਹ ਤਾਂ ਗਧੇ ਦਾ ਗਧਾ ਹੀ ਰਿਹਾ।
ਗਧੇ ਤੋਂ ਕਹਿੰਦੇ ਸ਼ੇਰ ਬਣਾਇਆ ਸੀ, ਪਰ ਮੁੜ ਫਿਰ ਗਧਾ ਬਣ ਗਿਆ ਜਾ ਕੇ। ਕਹਿੰਦੇ ਉਹ ਤਾਂ ਫਿਰ ਗਧੇ ਦਾ ਗਧਾ ਹੀ ਰਿਹਾ। ਜਾਂ ਤੇ ਸ਼੍ਰੀ ਅਕਾਲ ਕੋ ਬਾਨਾ। ਖਾਲਸਾ ਜੀ ਜਿਹੜਾ ਤੁਹਾਨੂੰ ਬਾਣਾ ਦਿੱਤਾ ਇਹ ਅਕਾਲੀ ਬਾਣਾ ਹੈ। ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਆਏ ਨਾ ਇਹ ਬਾਣਾ ਸਜਾ ਕੇ ਗੁਰਦੁਆਰਾ ਦਮਾਲਗੜ੍ਹ ਸਾਹਿਬ ਤੋਂ ਉੱਚਾ ਦੁਮਾਲਾ ਸੀਸ ਤੇ ਝੁਲਾਇਆ ਹੋਇਆ, ਚੰਦ ਤੋੜੇ ਚੱਕਰ ਲੱਗੇ ਹੋਏ, ਨੀਲੇ ਰੰਗ ਦਾ ਬਾਣਾ ਪਹਿਨ ਕੇ ਕਲਗੀਧਰ ਦੇ ਦਰਬਾਰ ਚ ਆਏ। ਮਹਾਰਾਜ ਜੀ ਨੂੰ ਫਤਿਹ ਬੁਲਾਈ, ਸਤਿਗੁਰੂ ਅੱਗੋਂ ਉੱਠ ਕੇ ਖਲੋ ਗਏ। ਸਿੰਘ ਆਖਿਆ ਮਹਾਰਾਜ ਤੁਹਾਡੇ ਸਾਹਿਬਜ਼ਾਦੇ ਨੇ। ਕਹਿੰਦੇ ਅਕਾਲ ਪੁਰਖ ਦਾ ਦਰਸ਼ਨ ਕਰਾਇਆ ਬਾਬਾ ਫਤਿਹ ਸਿੰਘ ਜੀ ਨੇ, ਇਹੋ ਜਿਹਾ ਬਾਣਾ ਅਕਾਲ ਪੁਰਖ ਦਾ ਹੈ। ਤਬ ਉਜੇ ਸਿੰਘ ਭੁਜੰਗੀ ਨਿਲੰਬਰ ਧਾਰਾ, ਇਹ ਖਾਲਸਾ ਹੀ ਬਾਣਾ ਹੈ। ਮਹਾਰਾਜ ਜੀ ਕਹਿੰਦੇ ਅਕਾਲ ਦਾ ਬਾਣਾ ਹੈ, ਇਹ ਅਸੀਂ ਤੁਹਾਨੂੰ ਦਿੱਤਾ। ਇਹ ਮੈਂ ਕੀਨੇ ਸਿੰਘ ਸਮਾਨ, ਇਹ ਬਾਣਾ ਤੁਹਾਨੂੰ ਦੇ ਕੇ ਮੈਂ ਸਿੰਘ ਸਮਾਨ, ਸ਼ੇਰ ਸਮਾਨ ਕਰ ਦਿੱਤਾ। ਇਸ ਕੇ ਤਰੇ ਸਦਾ ਸੁਖ। ਇਹ ਤੁਸੀਂ ਇਸ ਬਾਣੇ ਨੂੰ ਧਾਰਨ ਕਰੋਗੇ, ਪੰਜਾਂ ਕੱਕਿਆਂ ਦੇ ਧਾਰਨੀ ਹੋਵੋਗੇ, ਖੰਡੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਹੋਵੋਗੇ ਤਾਂ ਇਸ ਨੂੰ ਧਾਰਨ ਕਰਕੇ ਸਦਾ ਸੁਖੀ ਹੋਵੋਗੇ। ਤਿਆਗੇ ਦੋਨੋਂ ਲੋਕ ਨ ਢੋਈ। ਪਰ ਜੇ ਤੁਸੀਂ ਇਸ ਬਾਣੇ ਨੂੰ, ਬਾਣੀ ਨੂੰ ਜਾਂ ਇਸ ਖੰਡੇ ਦੀ ਪੌਲ ਦਾ ਤਿਆਗ ਕਰੋਗੇ, ਗੁਰੂ ਤੋਂ ਬੇਮੁਖ ਹੋਵੋਗੇ, ਤਾਂ ਮਹਾਰਾਜ ਜੀ ਕਹਿੰਦੇ ਫਿਰ ਦੋਨਾਂ ਜਹਾਨਾਂ ਵਿੱਚ ਢੋਈ ਨਹੀਂ ਮਿਲਣੀ, ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ। ਕਿਮ ਕਲਗੀਧਰ ਸਿੱਖ ਸਮਝਾਏ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਸ ਦ੍ਰਿਸ਼ਟਾਂਤ ਨਾਲ ਸਮਝਾਇਆ। ਧੰਨ ਧੰਨ ਗੁਰ ਸਭ ਨੇ ਅਲਾਏ। ਸਭ ਨੇ ਆਖਿਆ ਧੰਨ ਬਾਜਾਂ ਵਾਲੇ ਸਤਿਗੁਰੂ, ਧੰਨ ਕਲਗੀਆਂ ਵਾਲੇ ਪਾਤਸ਼ਾਹ। ਨਿਸ਼ਚੇ ਖਰਤੇ ਸ਼ੇਰ ਬਣਾਏ। ਕਹਿੰਦੇ ਹਾਂ ਪਾਤਸ਼ਾਹ ਨਿਸ਼ਚੈ ਹੀ ਤੁਸੀਂ ਗਧਿਆਂ ਤੋਂ ਸਾਨੂੰ ਸ਼ੇਰ ਬਣਾ ਦਿੱਤਾ ਕਲਗੀਧਰ ਪਾਤਸ਼ਾਹ। ਗਿੱਦੜੋਂ ਤੇ ਮੈਂ ਸ਼ੇਰ ਬਣਾਉ। ਮਹਾਰਾਜ ਵਾਕਈ ਤੁਸੀਂ ਸਾਨੂੰ ਗਧਿਆਂ ਤੋਂ ਸ਼ੇਰ ਬਣਾਇਆ। ਜੇ ਪਪੀਲ ਕਾ ਕਰੀ ਸੁਹਾਏ। ਮਹਾਰਾਜ ਜੇ ਕੀੜੀਆਂ ਸਨ ਜਿਹੜੀਆਂ, ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਹਾਥੀਆਂ ਨੂੰ ਮਾਰਨ ਦੀ ਤਾਕਤ ਦੇ ਦਿੱਤੀ ਹੈ। ਬਕ ਮਰਾਲ ਸੇ ਜਾਣੇ ਪਰੈ। ਮਹਾਰਾਜ ਜਿਹੜੇ ਅਸੀਂ ਜੀਵ ਬਗਲਿਆਂ ਦੇ ਸਮਾਨ ਸੀ, ਤੁਸੀਂ ਸਾਨੂੰ ਇਹ ਬਾਣਾ ਦੇ ਕੇ, ਖੰਡੇ ਦੀ ਪੌਲ ਦੇ ਕੇ ਮਹਾਰਾਜ ਬਗਲਿਆਂ ਤੋਂ ਹੰਸ ਬਣਾ ਦਿੱਤਾ ਹੈ। ਬਕ ਮਰਾਲ, ਮਰਾਲ ਹੰਸ ਨੂੰ ਕਹਿੰਦੇ, ਬਕ ਬਗਲਿਆਂ ਨੂੰ ਕਹਿੰਦੇ ਆ। ਮਹਾਰਾਜ ਤੁਸੀਂ ਤਾਂ ਸਾਨੂੰ ਬਗਲਿਆਂ ਤੋਂ ਹੰਸ ਕਰ ਦਿੱਤਾ ਹੈ। ਉੱਤੇ ਰੰਕ ਨਿਰਪ ਸਮਤਾ ਤਰੈ। ਮਹਾਰਾਜ ਅਸੀਂ ਰੰਕ ਸੀ, ਗਰੀਬੜੇ ਸੀ, ਭਿਖਾਰੀ ਸੀ, ਤੁਸੀਂ ਸਾਨੂੰ ਰਾਜੇ ਬਣਾ ਦਿੱਤਾ ਕਲਗੀਧਰ ਜੀ। ਸਾਨੂੰ ਰੰਕਾਂ ਨੂੰ ਰਾਜੇ ਕਰ ਦਿੱਤਾ। ਤਦੇ ਪਾਤਸ਼ਾਹ ਨੇ ਕਿਹਾ ਸੀ ਨਾ, ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਮਹਾਰਾਜ ਤੁਸੀਂ ਸਾਡੇ ਤੇ ਤਰਸ ਕਰਕੇ ਸਾਨੂੰ ਰੰਕਾਂ ਨੂੰ ਰਾਜੇ ਕਰ ਦਿੱਤਾ, ਰਾਜੇ ਬਣਾ ਦਿੱਤਾ ਹੈ। ਇਹ ਸਾਡੇ ਸੀਸ ਤੇ ਸਜਿਆ ਦਸਤਾਰਾ ਕਲਗੀਧਰ ਪਾਤਸ਼ਾਹ ਦਾ, ਸਾਡੇ ਸਰੀਰ ਤੇ ਧਾਰਨ ਕੀਤੇ ਹੋਏ, ਚਿਹਰੇ ਤੇ ਰੱਖਿਆ ਹੋਇਆ ਦਾੜਾ, 5 ਕੱਕੇ, ਇਹ ਗੁਰੂ ਖਾਲਸਾ ਜੀ ਸ਼ੇਰ ਦਾ ਬਾਣਾ ਹੈ। ਤੇ ਆਮ ਲੋਕ ਇਸ ਬਾਣੇ ਦੇ ਪ੍ਰਤਿਆਗੀ ਹੋ ਕੇ ਸਿਰ ਤੇ ਦਸਤਾਰ ਬੰਨਣ ਦੀ ਬਜਾਏ ਟੋਪੀਆਂ ਜੀਆਂ ਪਾ ਕੇ, ਮੈਂ ਇਹੋ ਜਿਹੇ ਗੁਰਮੁਖ ਵੀ ਕਈ ਵੇਖੇ ਨੇ, ਸਿਰ ਤੇ ਜੂੜਾ ਹੁੰਦਾ ਕੇਸਾਂ ਦਾ, ਚਿਹਰੇ ਤੇ ਵੀ ਦਾੜਾ ਹੁੰਦਾ ਹੈ, ਪਰ ਇਹ ਕੋਈ ਟੋਪੀ ਜੀ ਜਾਂ ਪਿੱਛੇ ਪਟਕੀ ਜੀ ਬਣਾ ਕੇ ਸਿਰ ਤੇ ਬੰਨ ਲੈਂਦੇ ਆ। ਪੁੱਛੋ ਇਹ ਕੀ ਹੈ? ਨਹੀਂ ਜੀ, ਇਹ ਸਾਡਾ ਸਟਾਈਲ ਹੈ। ਖਾਲਸੇ ਦਾ ਜਿਹੜਾ ਸਟਾਈਲ ਆ ਉਹ ਕਲਗੀਧਰ ਨੇ ਸਾਨੂੰ ਬਖਸ਼ਿਆ ਦਸਤਾਰਾਂ ਦਾ। ਇਹ ਦਸਤਾਰ ਸਾਡੇ ਸਿਰ ਦੀ ਆਨ ਤੇ ਸ਼ਾਨ ਹੈ। ਟੋਪੀ ਨੁਮਾ ਕੋਈ ਵੀ ਚੀਜ਼ ਹੋਵੇ, ਜਿਵੇਂ ਉਹ ਪਟਕੀਆਂ ਜਿਹਾ ਬਣਾ ਕੇ ਇੱਥੇ ਅੱਗੇ ਖੰਡਾ ਜਿਹਾ ਲੱਗਾ ਹੁੰਦਾ, ਪਿਛਲੇ ਪਾਸੇ ਬੰਨ ਲੈਂਦੇ। ਨਾਲੇ ਨੌਜਵਾਨ ਸਿੰਘ, ਕੋਈ ਬੱਚਾ ਬੰਨੇ ਗੱਲ ਵੱਖਰੀ ਹੋਵੇ, ਦਾੜਾ ਵੀ ਚਿਹਰੇ ਦੇ ਉੱਤੇ ਆ, ਪਟਕੀਆਂ ਜਿਹੀਆਂ ਬੰਨ ਕੇ ਫਿਰੀ ਜਾਣਗੇ। ਹੋਰ ਹੀ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਵੇਖਣ ਨੂੰ ਇਦਾਂ ਹਾਸੋਹੀਣੇ ਜੋ ਲੋਕ ਲੱਗਦੇ ਆ, ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਆ ਲੋਕ ਆਮ ਕਰਕੇ ਚੈਨਲਾਂ ਦੇ ਉੱਤੇ, ਟੀਵੀਆਂ ਦੇ ਉੱਤੇ। ਇਦਾਂ ਦੇ ਲੋਕਾਂ ਦਾ ਕਿਰਦਾਰ ਹੀ ਇਦਾਂ ਦਾ ਉਹਨਾਂ ਦਾ ਪੇਸ਼ ਕਰਕੇ ਵਿਖਾਇਆ ਜਾਂਦਾ। ਤੋ ਪਾਤਸ਼ਾਹ ਨੇ ਦਸਤਾਰ ਦਿੱਤੀ ਹੈ, ਸਿੰਘ ਦਾ ਬਾਣਾ ਹੈ, ਇਹ ਸ਼ੇਰ ਦਾ ਬਾਣਾ ਹੈ। ਸੀਸ ਤੇ ਉੱਚੇ ਉੱਚੇ ਦਸਤਾਰੇ, ਦੁਮਾਲੇ, ਕਿਸੇ ਵੀ ਢੰਗ ਨਾਲ ਕੋਈ ਬੰਨਦਾ ਹੈ, ਕਿਸੇ ਵੀ ਪ੍ਰਕਾਰ ਵਿੱਚ ਦਸਤਾਰ ਹੋਣੀ ਚਾਹੀਦੀ ਹੈ ਸਿਰ ਤੇ।
ਚਿਹਰੇ ਤੇ ਦਾੜਾ, ਗਾਤਰੇ ਸ਼੍ਰੀ ਸਾਹਿਬ ਇਹ ਸ਼ੇਰ ਦਾ ਬਾਣਾ ਹੈ। ਪਰ ਕਈਆਂ ਨੂੰ ਇਹ ਸ਼ੇਰ ਦਾ ਬਾਣਾ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਉਹ ਗਧੇ ਪੁਣੇ ਵਾਲੀ ਬਿਰਤੀ ਜਿਹੜੀ ਹੁੰਦੀ ਹੈ, ਉਹਨਾਂ ਵਿੱਚ ਜਾ ਕੇ ਰਲ ਮਿਲ ਕੇ ਬਹਿਣ ਵਾਲੀ, ਉੱਥੇ ਉਹਨਾਂ ਨੇ ਜਾ ਕਰਕੇ ਬੈਠਣਾ ਹੁੰਦਾ, ਉੱਥੇ ਉਹਨਾਂ ਦਾ ਹੀ ਸੰਗ ਉਹਨਾਂ ਨੂੰ ਚੰਗਾ ਲੱਗਦਾ। ਉਹਨਾਂ ਬਾਰੇ ਉੱਪਰ ਕਹਿ ਆਏ ਨੇ, ਭਏ ਗਧੇ ਕੋ ਗਧਾ ਸੋਈ। ਉਹ ਕਹਿੰਦੇ ਗਧੇ ਦਾ ਗਧਾ ਹੀ ਰਿਹਾ। ਉਹਨਾਂ ਨੂੰ ਲੱਗਦਾ ਹੀ ਨਹੀਂ ਚੰਗਾ ਸ਼ੇਰ ਪੁਣੇ ਦਾ ਬਾਣਾ। ਨਾ ਉਹਨਾਂ ਨੂੰ ਸ਼ਸਤਰ ਚੰਗੇ ਲੱਗਣ, ਨਾ ਤਲਵਾਰਾਂ ਚੰਗੀਆਂ ਲੱਗਣ। ਤੋ ਖਾਲਸਾ ਸੂਰਮਿਆਂ ਦਾ ਛਤਰੀ ਬੰਸ ਹੈ। ਖਾਲਸੇ ਦਾ ਬੰਸ ਜੇ ਕੋਈ ਪੁੱਛੇ ਖਾਲਸਾ ਕਿਸ ਬੰਸ ਦਾ? ਛਤਰੀ ਬੰਸ। ਇਹ ਛਤਰੀ ਬੰਸ ਦਾ ਕੀ ਮਤਲਬ ਹੈ? ਸ਼ਸਤਰਧਾਰੀਆਂ ਦਾ ਪੰਥ। ਛਤਰੀ ਬੰਸ, ਛਤਰੀ ਦਾ ਮਤਲਬ ਇਹ ਨਹੀਂ ਜਿਹੜਾ ਛਤਰੀ ਦੇ ਘਰੇ ਜੰਮੇ ਉਹੀ ਛਤਰੀ। ਇੱਥੇ ਤਾਂ ਸ਼ੂਦਰ ਆ ਕੇ ਖੰਡੇ ਦੀ ਪੌਲ ਛਕ ਲਿਓ ਵੀ ਛਤਰੀ ਹੈ, ਬ੍ਰਾਹਮਣ ਆ ਕੇ ਛਕ ਲਿਓ ਵੀ ਛਤਰੀ ਹੈ, ਵੈਸ਼ ਆ ਕੇ ਛਕ ਲਵਿਓ ਵੀ ਛਤਰੀ ਹੈ। ਸ਼ਸਤਰਧਾਰੀਆਂ ਦਾ ਜਿਹੜਾ ਪੰਥ ਆ ਉਹਨੂੰ ਛਤਰੀ ਬੰਸ ਕਹਿੰਦੇ ਆ। ਤਦੇ ਕਲਗੀਧਰ ਜੀ ਨੇ ਕਿਹਾ ਨਾ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਉੱਥੇ ਛਤਰੀ ਦਾ ਮਤਲਬ ਇਹੀ ਹੈ, ਸ਼ਸਤਰਧਾਰੀਆਂ ਦਾ। ਨੌਵੇਂ ਪਾਤਸ਼ਾਹ ਸ਼ਸਤਰਧਾਰੀ ਸਨ, ਉਹਨਾਂ ਦੇ ਗਾਤਰੇ ਤਲਵਾਰ ਹੁੰਦੀ ਸੀ। ਕਰਤਾਰਪੁਰ ਸਾਹਿਬ ਦੇ ਜੰਗ ਦੇ ਵਿੱਚ ਮੇਰੇ ਪਾਤਸ਼ਾਹ ਨੇ ਤੇਗ ਚਲਾਈ ਹੈ, ਨੌਵੇਂ ਪਾਤਸ਼ਾਹ ਨੇ। ਤੋ ਗੁਰਦੇਵ ਕਹਿ ਰਹੇ ਨੇ, ਛਤਰੀ ਦਾ ਪੁੱਤਰ ਹਾਂ ਮੈਂ, ਤੇ ਉਸੇ ਕਲਗੀਧਰ ਦੇ ਅਸੀਂ ਪੁੱਤਰ ਹਾਂ। ਜੇ ਕਲਗੀਧਰ ਛਤਰੀ ਦੇ ਪੁੱਤਰ ਨੇ ਤੇ ਅਸੀਂ ਕਲਗੀਧਰ ਦੇ ਪੁੱਤ ਧੀਆਂ, ਤੇ ਫਿਰ ਅਸੀਂ ਵੀ ਛਤਰੀ ਦੇ ਪੁੱਤ ਹੋਏ ਨਾ। ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ, ਕਹਿ ਤਪਿਆਵਤ ਹੈ ਜੋ ਕरो अरे और जंजार जे तो ग्रह को तो त्याग कहाँ चित ताम है धरो। अब रीज कहते हो वह हमको जो हो बिनती कर जोर करो। जब आव की ओद निधान बनाया तो ही रण में तब जूझ मरो। ये छतरी बिरती है। छतरी बिरती देंदे महाराज सच्चे पातशाह जी ने खालसे नूं खंडे दी पौल दित्ती है। खंडे दी धार चों पैदा होया, कहंदे खंडे दी धार चों पैदा होया, गातरे च तेग रखे। ਇਹ ਹੈ ਖਾਲਸਾ। ਪੈਦਾ ਵੀ ਖੰਡੇ ਦੀ ਧਾਰ ਚ ਹੋਇਆ ਤੇ ਗਾਤਰੇ ਦੇ ਵਿੱਚ ਵੀ ਆਪਣੇ ਤੇਗ ਰੱਖਦਾ, ਸ਼੍ਰੀ ਸਾਹਿਬ ਰੱਖਦਾ, ਭਗਉਤੀ ਰੱਖਦਾ। ਸੋ ਐਸਾ ਬੰਸ ਮਹਾਰਾਜ ਸੱਚੇ ਪਾਤਸ਼ਾਹ ਨੇ। ਸਿੰਘ ਕਹਿ ਰਹੇ ਨੇ, ਮਹਾਰਾਜ ਤੁਸੀਂ ਤਾਂ ਸਾਨੂੰ ਬਗਲਿਆਂ ਤੋਂ ਹੰਸ ਬਣਾਇਆ ਹੈ। ਹੁਣ ਤਾਂ ਅਸੀਂ ਜਨਮੇ ਹੀ ਸਿੰਘਾਂ ਦੇ ਘਰ ਚ ਹਾਂ। ਸਾਨੂੰ ਸਿੱਖਾਂ ਦੇ ਘਰਾਂ ਜਨਮ ਮਿਲਿਆ ਤੇ ਸਾਨੂੰ ਸਿੱਖੀ ਦਾ, ਇਸ ਖਾਲਸੇ ਪੰਥ ਦੀ ਮਹਿਮਾ ਦਾ ਬੋਧ ਨਹੀਂ। ਜਿਨ੍ਹਾਂ ਵੇਲਿਆਂ 'ਚ ਮੇਰੇ ਪਾਤਸ਼ਾਹ ਨੇ ਖਾਲਸਾ ਸਾਜਿਆ, ਕਦੇ ਆਪਣੇ ਉਹਨਾਂ ਪੁਰਖਿਆਂ ਨੂੰ ਚੇਤੇ ਕਰੀਏ ਕਿਹੋ ਜਿਹੀ ਹਾਲਤ 'ਚ ਰਹਿੰਦੇ ਹੋਣਗੇ। ਸਿਰਾਂ ਤੇ ਟੋਪੀਆਂ ਪਵਾ ਕੇ ਉਹਨਾਂ ਨੂੰ ਰੱਖਦੇ ਸਨ। ਗੁਲਾਮ ਹੋ, ਪੱਗਾਂ ਨਹੀਂ ਬੰਨ੍ਹ ਸਕਦੇ ਤੁਸੀਂ ਸਿਰਾਂ ਤੇ। ਕੋਈ ਨਵਾਬ ਲੰਘ ਕੇ ਜਾਂਦਾ, ਸਿਰ ਨੀਵੇਂ ਕਰਕੇ ਵੇਖਣਾ, ਉੱਤੇ ਚੱਕ ਕੇ ਨਿਗਾਹ ਨਹੀਂ ਸੀ ਵੇਖਣ ਦਿੰਦੇ। ਚੌਧਰੀ ਲੰਘ ਕੇ ਜਾ ਰਿਹਾ ਪਿੰਡ ਦਾ, ਹੱਥ ਕੱਛਾਂ ਦੇ ਵਿੱਚ ਤੁੰਨ ਕੇ ਖਲੋ ਜੋ, ਸਿਰ ਨੀਵੇਂ ਕਰਕੇ, ਧੌਣਾ ਨੀਵੀਆਂ ਕਰਕੇ। ਉਹਨਾਂ ਨੂੰ ਜਦੋਂ ਪਾਤਸ਼ਾਹ ਨੇ ਖੰਡੇ ਦੀ ਪੌਲ ਛਕਾਈ ਤੇ ਸਿਰ ਚੱਕ ਕੇ ਜੀਵਣਾ ਸਿਖਾਇਆ, ਕਦੇ ਉਹਨਾਂ ਨੂੰ ਪੁੱਛੋ ਕਿਵੇਂ ਕਹਿ ਰਹੇ ਨੇ, ਮਹਾਰਾਜ ਤੁਸੀਂ ਤਾਂ ਸਾਨੂੰ ਵਾਕਈ ਗਧਿਆਂ ਤੋਂ ਸ਼ੇਰ ਬਣਾਇਆ ਹੈ। ਗਧਿਆਂ ਤੋਂ ਸ਼ੇਰ ਬਣਾਇਆ ਮਹਾਰਾਜ, ਸਾਨੂੰ ਬਗਲਿਆਂ ਤੋਂ ਹੰਸ ਬਣਾ ਦਿੱਤਾ ਹੈ। ਹੰਸਾਂ ਵਰਗਾ ਨਿਰਮਲ ਜੀਵਨ ਸਾਨੂੰ ਬਖਸ਼ ਦਿੱਤਾ ਹੈ। ਹੋਤੇ ਰੰਕ ਨ੍ਰਿਪ ਸਮਤਾ ਤਰੈ। ਮਹਾਰਾਜ ਅਸੀਂ ਰੰਕ ਸੀ, ਭਿਖਾਰੀ ਸੀ, ਪਰ ਹੁਣ ਅਸੀਂ ਰਾਜਿਆਂ ਸਮਾਨ ਹੋ ਗਏ। ਸਾਨੂੰ ਤੁਸੀਂ ਬਾਦਸ਼ਾਹੀਆਂ ਦੇ ਦਿੱਤੀਆਂ ਨੇ। ਕਿਸੇ ਅਵਨੀ ਹਿਤ ਜੁੱਧ ਸੰਭਾਰੇ, ਜਿਸ ਧਰਤੀ ਵਾਸਤੇ ਜੁੱਧ ਸੰਭਾਲਿਆ। ਪਰਸਰਾਮ ਛਤਰੀ ਗਨ ਮਾਰੇ। ਪਰਸਰਾਮ ਹੋਇਆ, ਪਰਸੂਰਾਮ ਨੇ 21 ਵਾਰ ਛਤਰੀਆਂ ਦਾ ਨਾਸ ਕੀਤਾ ਧਰਤੀ ਦਾ ਰਾਜ ਸੰਭਾਲਣ ਲਈ। ਵੱਡੇ ਖੇਤ ਤੈ ਜੈ ਤਿਸੋਈ। ਔਰ ਉਸ ਵੱਡੇ ਖੇਤਰ ਦੇ ਵਿੱਚੋਂ ਪਰਸਰਾਮ ਦੀ ਜਿੱਤ ਹੋਈ। ਦਈ ਦਾਨ ਕਰ ਦਿਜ ਗਨ ਸੋਈ। ਉਹ ਧਰਤੀ ਕਹਿੰਦੇ ਕਈ ਵਾਰੀ ਜਿੱਤ ਕੇ ਉਹ ਫਿਰ ਦਾਨ ਕਰ ਦਿੰਦਾ ਸੀ ਪਰਸਰਾਮ। ਫਿਰ ਨਾਚ ਜੋ ਧਰਨੀ ਹਰੀ। ਕਹਿੰਦੇ ਉਹ ਧਰਤੀ ਜਿਹੜੀ ਸੀ ਉਹ ਬ੍ਰਾਹਮਣਾਂ ਨੂੰ ਦਾਨ ਕਰ ਦਿੰਦਾ ਸੀ ਪਰਸਰਾਮ। ਛਤਰੀਆਂ ਕੋਲੋਂ ਮਾਰ ਕੇ ਉਹਨਾਂ ਕੋਲ ਰਾਜ ਖੋਹ ਕੇ ਮੁੜ ਫਿਰ ਬ੍ਰਾਹਮਣਾਂ ਨੂੰ ਦੇ ਦਿੰਦਾ ਸੀ।
ਇਸੇ ਤਰ੍ਹਾਂ ਹਿਰਨਾਕਸ਼ਿਪ ਜਿਸ ਨੇ ਧਰਤੀ ਨੂੰ ਜ਼ਮੀਨ ਦੇ ਵਿੱਚ ਗਰਕ ਕਰਕੇ ਲੈ ਗਿਆ ਸੀ, ਜੋ ਹਰਣਾਕਸ਼ ਜੈ ਕੋ ਕਰੀ, ਜਿਸ ਧਰਤੀ ਨੂੰ ਹਰਨਾਕਸ਼ ਨੇ ਜਿੱਤ ਲਿਆ, ਛਤਰੀ ਪਏ ਕਰੋੜੋਂ ਆਗੇ, ਇਹ ਤਾਂ ਕਰੋੜਾਂ ਹੀ ਛਤਰੀ ਪਹਿਲਾਂ ਹੋਏ ਨੇ, ਲਰ ਲਰ ਮਰੇ ਜਾਏ ਇਤ ਲਾਗੇ, ਉਹ ਇਸ ਧਰਣੀ ਕਰਕੇ ਆਪਸ ਚ ਲੜ ਲੜ ਕੇ ਮਰੇ ਹਨ। ਪਾਂਡਵ ਕੈਰਵ ਬੰਸ ਵਿਨਾਸ਼ਾ, ਇਸੇ ਧਰਣੀ ਕਰਕੇ ਉਹ ਛਤਰੀ ਕੌਰਵ ਤੇ ਪਾਂਡਵ ਆਪਸ ਚ ਲੜਦੇ ਰਹੇ। ਗਏ ਬੀਤ ਬੋ ਜਥਾ ਤਮਾਸ਼ਾ, ਬੀਤ ਗਏ ਜਿਵੇਂ ਜਗਤ ਦਾ ਕੋਈ ਤਮਾਸ਼ਾ ਹੁੰਦਾ ਹੈ। ਸੋਚਿਤ ਹੈ ਪ੍ਰਭ ਕਰੁਣਾ ਕਰਕੇ, ਉਹ ਧਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਕੇ ਲੋਚਨ ਮਹਾਲਾਜ ਕੋ ਭਰ ਕੇ, ਆਪਣੇ ਨੇਤਰਾਂ 'ਚ ਮਹਾਲਾਜ ਨੂੰ ਭਰ ਕੇ ਦਈ ਖਾਲਸੇ ਕੋ ਤਤਕਾਲਾ, ਮਹਾਰਾਜ ਉਹ ਧਰਤੀ ਆਪ ਜੀ ਨੇ ਆਪਣੇ ਖਾਲਸੇ ਪੰਥ ਨੂੰ ਬਖਸ਼ ਦਿੱਤੀ ਹੈ। ਦਇਆ ਕਰਕੇ ਲਾਜ ਭਰੇ ਨੇਤਰਾਂ ਨਾਲ ਆਪਣੇ ਪੰਥ ਨੂੰ ਉਹ ਧਰਤੀ ਦਾ ਰਾਜ ਬਖਸ਼ ਦਿੱਤਾ ਹੈ। ਔਰ ਇਹ ਰਾਜ ਖਾਲਸੇ ਲਈ ਅਬ ਚਲਤੇ ਸदैवी ਹੈ। ਤੁਮ ਸਮਦਾਨੀ ਕੌਣ ਵਿਸਾਲਾ, ਸਤਿਗੁਰੂ ਜੀ ਤੁਹਾਡੇ ਜੈਸਾ ਦਾਨੀ ਕੌਣ ਹੋ ਸਕਦਾ ਹੈ। ਉਦੇ ਸਿੰਘ ਤੇ ਆਦਿਕ ਔਰ, ਜਦੋਂ ਮਹਾਰਾਜ ਜੀ ਦੇ ਸਾਹਮਣੇ ਇਹ ਬਚਨ ਕਰ ਰਹੇ ਨੇ ਸਿੰਘ ਕੌਣ ਕੌਣ ਨੇ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ, ਭਾਈ ਬਚਿੱਤਰ ਸਿੰਘ ਜੀ, ਭਾਈ ਦਇਆ ਸਿੰਘ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹ ਸਿੰਘ ਮਹਾਰਾਜ ਜੀ ਦੇ ਸਨਮੁਖ ਸਨ। ਕਹਿਤ ਸੁਜਸ ਸੋਢੀ ਸਿਰ ਮੋਰ, ਸੋਢੀਆਂ ਦੇ ਕੁੱਲ ਦੇ ਸਰਮੌਰ ਸਤਿਗੁਰੂ ਕਲਗੀਧਰ ਜੀ ਦਾ ਜਸ ਸਤਿਗੁਰਾਂ ਦੀ ਸੋਭਾ ਕਰਦੇ ਹਨ। ਵੱਡੇ ਵੱਡੇ ਦਾਨੀ ਜੇ ਪਏ, ਮਹਾਰਾਜ ਜਿਹੜੇ ਸੰਸਾਰ ਦੇ ਵਿੱਚ ਵੱਡੇ ਵੱਡੇ ਦਾਨੀ ਹੋਏ ਨੇ, ਤੁਮ ਸਮਤਾ ਕੋ ਕਵਨ ਨ ਲਏ, ਵੱਡੇ ਤੋਂ ਵੱਡੇ ਦਾਨੀ ਮਹਾਰਾਜ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ, ਤੁਹਾਡੇ ਸਮਾਨ ਕੋਈ ਦਾਨੀ ਨਹੀਂ ਮਹਾਰਾਜ, ਤੁਸੀਂ ਐਡੇ ਵੱਡੇ ਦਾਨੀ ਹੋ। ਤਦੇ ਖਾਲਸਾ ਗੁਰੂ ਕਲਗੀਧਰ ਨੂੰ ਸਰਬੰਸ ਦਾਨੀ ਕਹਿੰਦਾ ਹੈ। ਹਰ ਜੇ ਪੰਥ ਚਲਾਵ ਨਿਹਾਰੇ, ਮਹਾਰਾਜ ਜਿਹੜੇ ਜਿਹੜੇ ਮਤ ਚਲਾਉਣ ਵਾਲੇ ਪੰਥ ਚਲਾਉਣ ਵਾਲੇ ਹੋਏ ਨੇ, ਤੁਮ ਆਗੇ ਸੋ ਕੌਣ ਵਿਚਾਰੇ, ਉਹ ਸਾਰੇ ਤੁਹਾਡੇ ਸਾਹਮਣੇ ਕੀ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ। ਪ੍ਰਥਮੈ ਸਿਰ ਮੁਖ ਮੁੰਡਨ ਕਰੈ, ਮਹਾਰਾਜ ਉਹ ਜਿਹੜੇ ਮਤ ਚਲਾਉਂਦੇ ਸੀ ਨਾ ਪੰਥ, ਉਹ ਕੀ ਕਰਦੇ ਸੀ, ਚੇਲਾ ਬਣਾਉਣ ਵੇਲੇ ਉਹਦਾ ਸਿਰ ਮੁੰਨਦੇ ਸੀ। ਮੁੰਡਨ ਦੀ ਜਿਹੜੀ ਰੀਤ ਸੀ ਨਾ, ਉਹ ਚੇਲਾ ਮੁੰਡਦੇ ਸਨ। ਯੋਗੀ ਲੋਕ ਜਾਂ ਹੋਰ ਆ ਸੰਨਿਆਸੀ ਬੈਰਾਗੀ ਵਗੈਰਾ, ਇਹ ਜਦੋਂ ਮਤ ਵਿੱਚ ਲਿਆਉਂਦੇ ਸੀ ਕਿਸੇ ਨੂੰ ਉਹਦਾ ਸਿਰ ਮੁੰਨਦੇ ਸੀ, ਮੁੰਡ ਕੇ ਨਾ ਉਹਦਾ ਸਿਰ, ਤੇ ਫਿਰ ਉਹਨੂੰ ਆਪਣੇ ਮਤ ਦਾ ਧਾਰਨੀ ਬਣਾਉਂਦੇ ਸੀ। ਅਸਲ ਵਿੱਚ ਸਿਰ ਨਹੀਂ ਸੀ ਮੁੰਡਣਾ ਹੁੰਦਾ, ਕੇਸ ਨਹੀਂ ਸੀ, ਉਹਨਾਂ ਨੇ ਸਿਰ ਲੈਣਾ ਹੁੰਦਾ ਸੀ ਵੱਢ ਕੇ ਕੱਟ ਕੇ, ਮੁੜ ਕੇ ਫਿਰ ਜੋੜ ਕੇ ਨਵਾਂ ਜਨਮ ਦੇਣਾ। ਉਹ ਤਾਕਤ ਰਹੀ ਨਹੀਂ ਉਹਨਾਂ 'ਚ। ਉਹਨਾਂ ਆਖਿਆ ਚਲੋ ਸਿਰ ਨਹੀਂ, ਸਿਰ ਕੱਟਣਾ ਨਹੀਂ ਜੜ ਤੋਂ, ਉਤੋਂ ਕੇਸ ਕੱਟ ਕੇ ਇਹਨਾਂ ਨੂੰ ਚੇਲਾ ਬਣਾ ਲੈਨੇ ਆ। ਪਰ ਮਹਾਰਾਜ ਆਪ ਜੀ ਨੇ ਸੱਚਮੁੱਚ ਸਾਡੇ ਸੀਸ ਲੈ ਕਰਕੇ ਆਪਣਾ ਸਾਨੂੰ ਚੇਲਾ ਬਣਾਇਆ, ਸਾਨੂੰ ਜੀਵਨ ਦਾਨ ਬਖਸ਼ਿਸ਼ ਕੀਤਾ ਹੈ। ਮਹਾਰਾਜ ਆਪ ਜੀ ਦਾ ਇਹ ਪੰਥ ਨਿਰਾਲਾ ਹੈ। ਕਲਗੀਧਰ ਜੀ ਦੇ ਸਨਮੁਖ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਜੈਸੇ ਸਿੰਘ ਬਚਨ ਵਿਲਾਸ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਸਭ ਵਾਹਿਗੁਰੂ 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 ਵਾਹਿਗੁਰੂ